मित्र प्यारे हाल मुरीदा दा कहना। वाहिगुरु जी की फतेह। जुग हो जुग अटल चवर छतर तख्त के मालक साहिबे कमाल सतगुरु धन धन श्री गुरु ग्रंथ साहिब सच्चे पातशाह जी महाराज जी दे पावन पवित्र चरणा कबलों पास हाजरियां पर रही। गुरु स्वरूप गुरु खालसा सत संगत जी, आप जी सरबत गुरसिख संगतां वडभागी हो। धन धन श्री गुरु तेग बहादुर साहिब सच्चे पातशाह जी महाराज जी दे पावन पवित्र 400 साला प्रकाश पुरब शताब्दी नूं समर्पित गुरबाणी पाठ बोध अर्थ बोध समागम अंदर जुड़ करके सतगुरां दी पावन पवित्र गुरबाणी श्री सुखमणी साहिब जी दी लड़ीवार विचार आप जी सरवण कर रहे हो। अज 7वें दिन दे दीवान दी आरंभता है। सो 6 जड़ियां पौड़ियां 6 श्लोक अष्टपदियां दे समेत आपां विचार दे रूप दे अंदर सरवण कीते हन। आओ मन बिरतियां एकागर करके सतगुरु सच्चे पातशाह महाराज जी की पवित्र गुरबाणी की विचार सरवण करिए। मन की एकाग्रता वास्ते समूह संगतां प्रेम नाल जपो जी सतनाम श्री वाहिगुरु साहिब जीओ। सतनाम श्री वाहिगुरु साहिब जी। श्लोक अगम अगाध पार ब्रह्म सोए। 7वां श्लोक है। अगम ये पाठ 2 तरह का आउंदा बाणी अंदर। एक पाठ आउंदा टिप्पी नाल अगम। ये जिहड़ा पाठ बिना टिप्पी तो है इसदा उच्चारण अगम है। अगम अगाध पार ब्रह्म सोए। अगम नाम हुंदा जिहड़ा पहुँच तो परे होवे, जिस ताईं साडे मन और इंद्रियां दी पहुँच ना होवे। अगाध अथाह डूंघे नूं कहिंदे ने। पार ब्रह्म परमेश्वर अकाल पुरख जी मन की पहुँच तो परे ते समुंदर दी न्याई अथाह डूंघे गंभीर हन। जो जो कहे सो मुक्ता होए। जो जो कहे वखरा वखरा इहदा उच्चारण करके सो औंकड़ दे नाल सो मुक्ता होए। जे आपां इहनूं सो कवांगे औंकड़ दी थां होड़ा लग जाएगा। इस वास्ते इहनूं सो उच्चारण करना है। जेड़ा जेड़ा भी प्रभु दा प्रेमी प्रभु दा प्यारा उस परमेश्वर दे नाम नूं कथन करेगा, उस दे सारे बंधन टुट जाणगे, उस संसार विचों मुक्त हो जावेगा। सोन मीता नानक बेनवंता। सुन मीता इथे विश्राम दे के नानक बेनवंता। धन गुरु अर्जन देव जी फरमान करदे, भाई मैं बेनती करदा हाँ, हे मेरे गुर सिख मित्र प्रेम दे नाल सुनना कर। साध जना की अचरज कथा। साध जना की अचरज कथा। एक तो यह पाठ साध जना वखरा वखरा करना है,
ਅੱਗੇ ਪਾਠ ਹੈ ਅਚਰਜ, ਇਹਨੂੰ ਅਚਰਜ ਨਹੀਂ ਕਹਿਣਾ। ਅਕਸਰ ਪਾਠ ਅਚਰਜ ਹੀ ਸੁਣਿਆ ਗਿਆ ਹੈ। ਅਚਰਜ ਪਾਠ ਅਸ਼ੁੱਧ ਹੈ, ਸ਼ੁੱਧ ਪਾਠ ਹੈ ਜੀ ਅਚਰਜ। ਐੜਾ ਜਿਵੇਂ ਵੱਖਰਾ ਕਹਿ ਕੇ ਤੇ ਚਰਜ ਵੱਖਰਾ ਕਹਿ ਕੇ ਅਚਰਜ ਪਾਠ ਉਚਾਰਨਾ ਹੈ। ਜਿਹੜੇ ਪ੍ਰਭੂ ਦੇ ਪਿਆਰੇ ਸਾਧੂ ਜਨ ਹਨ, ਸਾਧੂ ਜਨਾਂ ਦੀ ਕਥਾ ਬੜੀ ਅਚਰਜ ਹੈ। ਅਚਰਜ ਤੋਂ ਭਾਵ ਹੈ ਕਿ ਮਨ ਨੂੰ ਬਿਸਮਾਦ ਕਰ ਦੇਣੇ ਵਾਲੀ ਹੈ। ਜਿਹੜੇ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੀ ਮਹਿਮਾ ਜਿਹੜੀ ਮਨੁੱਖੀ ਮਨ ਨੂੰ ਬਿਸਮਾਦ ਕਰਦੀ। ਹੁਣ ਸਤਿਗੁਰ ਜੀ ਅਸ਼ਟਪਦੀ ਅੰਦਰ ਸਾਧੂ ਦੀ ਮਹਿਮਾ ਦੀ ਹੀ ਵਿਆਖਿਆ ਕਰਦੇ ਹਨ। ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ। ਇਸ ਅਸ਼ਟਪਦੀ ਅੰਦਰ ਜਿੱਥੇ ਵੀ ਸਾਧ ਕੈ ਸੰਗ, ਇਹ ਪਾਠ ਵੱਖਰਾ ਵੱਖਰਾ ਹੀ ਕਰਨਾ ਹੈ। ਸਾਧ ਕੈ ਸੰਗ ਇਕੱਠਾ ਨਹੀਂ ਕਹਿਣਾ, ਸਾਧ ਕੈ ਸੰਗ। ਤੇ ਵਿਸ਼ਰਾਮ ਵੀ ਜਿਹੜਾ ਹੈ ਉਹ ਸੰਗ ਸ਼ਬਦ ਤੇ ਹੀ ਲੱਗਣਾ ਹੈ। ਕਿਤੇ ਪਾਠ ਸਾਧ ਸੰਗ ਆਉਂਦਾ, ਕਿਤੇ ਸਾਧ ਕੈ ਸੰਗ ਆਉਂਦਾ ਹੈ। ਸਾਧੂ ਦੀ ਸੰਗਤ ਕਰਨ ਦੇ ਨਾਲ ਮੁਖ ਊਜਲ, ਊਜਲ ਪਾਠ ਉਚਾਰਨ ਕਰਨਾ ਹੈ ਦੁਲੰਕੜ ਨਾਲ। ਇਸ ਜੀਵ ਦਾ ਜਿਹੜਾ ਮੁਖ ਹੈ ਦਰਗਾਹ ਦੇ ਵਿੱਚ ਉਜਲਾ ਹੋ ਜਾਂਦਾ ਹੈ, ਕਿਉਂਕਿ ਸਾਧੂ ਦੀ ਸੰਗਤ ਕਰਦਿਆਂ ਅੰਤਸ਼ਕਰਨ ਨਿਰਮਲ ਹੁੰਦਾ ਹੈ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਜੀਤਾ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਜੀਤਾ। ਸਤਿਗੁਰੂ ਕਹਿੰਦੇ ਸਾਧੂ ਸੰਗ ਦੀ ਮਹਿਮਾ ਮੇਰੇ ਮਿੱਤਰ ਸੁਣ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਅੰਦਰ ਦੀ ਮੈਲ ਧੋਤੀ ਜਾਂਦੀ ਹੈ। ਕੀਤੇ ਹੋਏ ਕਰੋੜਾਂ ਪਾਪ ਨਸ਼ਟ ਹੋ ਜਾਂਦੇ ਨੇ ਤੇ ਚਿੱਤ ਜਿਹੜਾ ਮਨੁੱਖ ਦਾ ਨਿਰਮਲ ਪਵਿੱਤਰ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਦਾ ਅੰਤਸ਼ਕਰਨ ਸ਼ੁੱਧ ਹੋ ਜਾਏ, ਦਰਗਾਹ ਦੇ ਵਿੱਚ ਉਹਨਾਂ ਪਿਆਰਿਆਂ ਦਾ ਮੁਖ ਉਜਲ ਹੋ ਜਾਂਦਾ ਹੈ। ਸਾਧ ਸੰਗ ਮਲ ਸਗਲੀ ਖੋਤ। ਸਾਧ ਸੰਗ ਇਹ ਪਾਠ ਇਕੱਠਾ ਆ। ਸਾਧ ਸੰਗ ਇਕੱਠਾ ਪੜ੍ਹ ਕੇ ਇੱਥੇ ਹੀ ਵਿਸ਼ਰਾਮ ਦੇ ਕੇ ਮਲ ਸਗਲੀ ਖੋਤ, ਖੋਤ ਨਾਮ ਹੁੰਦਾ ਨਾਸ਼ ਹੋਣ ਦਾ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਰਾਗ ਤੇ ਦਵੈਸ਼, ਰਾਗ ਪ੍ਰੇਮ ਦਵੈਸ਼ ਈਰਖਾ, ਇਹ ਜਿਹੜੀ ਰਾਗ ਤੇ ਦਵੈਸ਼ ਦੀ ਜਿਹੜੀ ਈਰਖਾ ਦੀ ਜਿਹੜੀ ਮੈਲ ਹੈ, ਇਹ ਮਨੁੱਖ ਦੇ ਅੰਦਰੋਂ ਨਾਸ਼ ਹੋ ਜਾਂਦੀ, ਨਸ਼ਟ ਹੋ ਜਾਂਦੀ ਹੈ। ਸਾਧ ਕੈ ਸੰਗ ਮਿਟੈ ਅਭਿਮਾਨ। ਸਾਧ ਕੈ ਸੰਗ, ਇਥੇ ਵਿਸ਼ਰਾਮ ਦੇ ਕੇ ਮਿਟੈ ਅਭਿਮਾਨ, ਇਹ ਪਾਠ ਦਲਾਵਾਂ ਨਾਲ ਮਿਟੈ ਪਾਠ ਕਰਨਾ ਹੈ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਅੰਦਰ ਦਾ ਜਿਹੜਾ ਅਭਿਮਾਨ ਹੁੰਦਾ ਹੈ, ਉਹ ਅਭਿਮਾਨ ਨਸ਼ਟ ਹੋ ਜਾਂਦਾ ਹੈ। ਅੰਦਰ ਦਾ ਹੰਕਾਰ ਜਿਹੜਾ ਨਿਵਰਤ ਹੋ ਜਾਂਦਾ ਹੈ। ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਪ੍ਰਗਟੈ, ਇਹ ਪਾਠ ਜਿਹੜਾ ਅੱਧਾ ਰਾਰਾ ਹੈ ਤੇ ਦਲਾਵਾਂ ਨਾਲ ਪ੍ਰਗਟੈ ਸੋ ਗਿਆਨ, ਸੋ ਗਿਆਨ ਪਾਠ ਇਕੱਠਾ ਕਰਨਾ ਹੈ, ਵੱਖਰਾ ਵੱਖਰਾ ਨਹੀਂ ਕਰਨਾ। ਸੱਸਾ ਜਿਹੜਾ ਹੈ ਇਸ ਤਰ੍ਹਾਂ ਜਿਵੇਂ ਸੋ ਗਿਆਨ ਇੱਦਾਂ ਉਚਾਰਨਾ ਹੈ, ਸੋ ਗਿਆਨ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਜਿਹੜਾ ਸ੍ਰੇਸ਼ਟ ਗਿਆਨ ਹੁੰਦਾ ਹੈ, ਜਿਹਨੂੰ ਬ੍ਰਹਮ ਦਾ ਗਿਆਨ ਕਹਿੰਦੇ ਆ, ਉਹ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਇੱਕ ਗਿਆਨ ਤਾਂ ਉਹ ਹੈ ਨਾ ਵੀ ਜਿਹੜਾ ਕਿਤਾਬੀ ਗਿਆਨ ਹੋਵੇ, ਜਾਂ ਜਿਹੜਾ ਅੱਜ ਕੱਲ੍ਹ ਗਿਆਨ ਸਾਨੂੰ ਪ੍ਰਚਾਰਕ ਦੇ ਰਹੇ ਨੇ, ਸਰੋਵਰਾਂ ਦੀ ਨਿੰਦਿਆ ਕਰ, ਗੁਰੂ ਦੇ ਇਤਿਹਾਸ ਦੀ ਨਿੰਦਿਆ ਕਰ, 10ਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਨਿੰਦਿਆ ਕਰ। ਉਹ ਪਤਾ ਨਹੀਂ ਕਿਹੜਾ ਗਿਆਨ ਕਿੱਥੋਂ ਪੈਦਾ ਕਰੀ ਬੈਠੇ ਨੇ। ਇਹ ਗਿਆਨ ਨਹੀਂ, ਇਹਨੂੰ ਅਗਿਆਨ ਹੀ ਕਹਿੰਦੇ ਨੇ। ਜਦੋਂ ਗੁਰੂ ਤੀਰਥਾਂ ਦੇ, ਗੁਰੂ ਅਸਥਾਨਾਂ ਦੇ ਵਿਰੋਧ ਵਿੱਚ ਕੋਈ ਬੋਲਦਾ ਹੈ, ਜਦੋਂ 10ਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਨਿੰਦਿਆ ਕਰਦਾ ਹੈ, ਜਿਸ ਬਾਣੀ ਕਰਕੇ ਅੰਮ੍ਰਿਤ ਸੰਚਾਰ ਹੁੰਦੇ ਨੇ, ਜਿਸ ਬਾਣੀ ਕਰਕੇ ਖਾਲਸੇ ਅੰਦਰ ਵੀਰ ਰਸ ਪੈਦਾ ਹੁੰਦਾ ਹੈ,
ਜਿਸ ਇਤਿਹਾਸ ਕਰਕੇ ਸਿੱਖ ਕੌਮ ਜਿਉਂਦੀ ਹੈ। ਖਾਲਸਾ ਜੀ ਇਤਿਹਾਸ ਜਿਹੜਾ ਸਰੀਰ ਹੋਇਆ ਕਰਦਾ ਹੈ, ਇਸੇ ਪ੍ਰਕਾਰ ਜਿਹੜੀ ਬਾਣੀ ਹੈ ਇਹ ਆਤਮਾ ਹੋਇਆ ਕਰਦੀ ਹੈ। ਤੇ ਜੇ ਅਸੀਂ ਇਤਿਹਾਸ ਨੂੰ ਹੀ ਨਿੰਦਾਂਗੇ ਤੇ ਸਰੀਰ ਨਹੀਂ ਰਹੇਗਾ ਤੇ ਫਿਰ ਬਾਣੀ ਕਿੱਥੇ ਰਹੇਗੀ, ਆਤਮਾ ਕਿੱਥੇ ਰਹੇਗੀ। ਬਾਣੀ ਆਤਮਾ ਹੈ ਤੇ ਜਿਹੜਾ ਮਨੁੱਖੀ ਸਰੀਰ ਹੁੰਦਾ ਇਹਦੇ ਵਿੱਚ ਆਤਮਾ ਰਹਿੰਦੀ ਹੈ। ਇਤਿਹਾਸ ਰੂਪੀ ਆਤਮਾ ਵਿੱਚ ਬਾਣੀ, ਇਤਿਹਾਸ ਰੂਪੀ ਸਰੀਰ ਵਿੱਚ ਬਾਣੀ ਰੂਪੀ ਆਤਮਾ ਦਾ ਨਿਵਾਸ ਹੁੰਦਾ ਹੈ। ਜਿਹੜਾ ਗਿਆਨ ਅੱਜ ਪ੍ਰਚਾਰਿਆ ਜਾ ਰਿਹਾ ਹੈ ਇਹ ਕੋਈ ਗਿਆਨ ਨਹੀਂ, ਇਹਨੂੰ ਅਗਿਆਨ ਹੀ ਕਹਿੰਦੇ ਨੇ। ਗਿਆਨ ਤਾਂ ਕੇਵਲ ਗੁਰੂ ਦਾ ਹੀ ਹੁੰਦਾ ਹੈ। ਉਹ ਜਿਹੜਾ ਗਿਆਨ ਜਿਹੜਾ ਬ੍ਰਹਮ ਦਾ ਗਿਆਨ ਹੁੰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਬਾਣੀ ਉਚਾਰਦੇ ਨੇ ਤੇ ਕਹਿੰਦੇ ਮੇਰੀ ਬਾਣੀ ਨਹੀਂ, ਅਕਾਲ ਪੁਰਖ ਦੀ ਬਾਣੀ ਹੈ। ਉਸ ਬਾਣੀ ਦੁਆਰਾ ਸਾਨੂੰ ਪਰਮੇਸ਼ਰ ਦੀ ਸੋਝੀ ਪਾਉਂਦੇ ਨੇ। ਕਹਿੰਦੇ ਜਦੋਂ ਮੁਹੰਮਦ ਸਾਹਿਬ ਨੂੰ ਪਹਿਲੀ ਵਾਰੀ ਕੁਰਾਨ ਦੀਆਂ ਆਇਤਾਂ ਜਿਹੜੀਆਂ ਕਹਿੰਦੇ ਨਾਜ਼ਲ ਹੋਈਆਂ ਨਾ, ਜਦੋਂ ਉਹਨਾਂ ਦੀ ਇਸਤਰੀ ਘਰ ਵਾਲੀ ਬੀਬੀ ਕਹਿਣ ਲੱਗੀ, ਆਖਦੀ ਮੈਨੂੰ ਇਉਂ ਜਾਪਦਾ ਵੀ ਜਿਵੇਂ ਤੁਹਾਡੇ ਬੋਲ ਨਹੀਂ ਜੇ ਇਹ। ਜਦੋਂ ਪਹਿਲੀ ਵਾਰੀ ਉਹਨਾਂ ਨੇ ਕੁਰਾਨ ਉਚਾਰੀ, ਕਹਿੰਦੇ ਮੈਨੂੰ ਲੱਗਦਾ ਵੀ ਇਹ ਤੁਹਾਡੇ ਬੋਲ ਨਹੀਂ। ਉਹ ਕਹਿੰਦੇ ਵੀ ਸੱਚ ਕਹਿੰਦੀ ਆ ਵੀ ਮੇਰੇ ਬੋਲ ਨਹੀਂ, ਖੁਦਾ ਦੇ ਹੀ ਬੋਲ ਨੇ, ਇਹ ਮੈਂ ਨਹੀਂ ਬੋਲਦਾ, ਖੁਦਾ ਹੀ ਬੋਲਦਾ ਹੈ। ਇਸ ਕਰਕੇ ਜਿਹੜਾ ਇਹ ਗਿਆਨ ਹੁੰਦਾ ਨਾ ਗੁਰੂ ਦਾ, ਇਹ ਪਰਮੇਸ਼ਰ ਦਾ ਗਿਆਨ ਹੁੰਦਾ ਹੈ। ਇਹ ਗਿਆਨ ਮਿਲਦਾ ਸਾਧੂਆਂ ਦੀ ਸੰਗਤ ਵਿੱਚੋਂ, ਜਿਨ੍ਹਾਂ ਦਾ ਹਿਰਦਾ ਨਾਮ ਦੇ ਰੰਗ ਨਾਲ ਰੱਤਿਆ ਹੁੰਦਾ ਹੈ, ਉਹਨਾਂ ਦੀ ਸੰਗਤ ਵਿੱਚੋਂ ਮਿਲਦਾ। ਬਾਕੀ ਤਾਂ ਸਭ ਨਿੰਦਕ ਹੀ ਨੇ, ਜਿਨ੍ਹਾਂ ਦਾ ਕੰਮ ਹੈ ਜੀ ਭੰਡੀ ਪ੍ਰਚਾਰ ਕਰਨਾ। ਇਹ ਦਾਸ ਤਾਂ ਬੇਨਤੀ ਕਰਨ ਲੱਗਾ ਹੈ, ਇਸ ਅਸ਼ਟਪਦੀ ਅੰਦਰ ਸਾਧੂਆਂ ਦੀ ਵਡਿਆਈ ਹੈ ਤੇ ਉਹਨਾਂ ਸਾਧੂਆਂ ਦੇ ਜੀਵਨ ਪ੍ਰਤੀ ਸਟੇਜਾਂ ਤੋਂ ਉਲਟਾ ਪ੍ਰਚਾਰ ਕਰਦੇ ਤੇ ਸੰਤਾਂ ਦੀ ਸਾਰਾ ਦਿਨ ਨਿੰਦਿਆ ਕਰਦੇ ਰਹਿੰਦੇ ਨੇ। ਭਾਈ ਸਾਧੂਆਂ ਦੀ ਨਿੰਦਿਆ ਕਰਨ ਦੀ ਬਜਾਏ ਬਾਣੀ ਦਾ ਉਪਦੇਸ਼ ਗੁਰਸਿੱਖਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਜੀਵਨ ਸੁਧਰ ਸਕੇ। ਪਰ ਬਾਣੀ ਦਾ ਉਪਦੇਸ਼ ਦੇਣ ਦੀ ਬਜਾਏ ਸਾਧੂਆਂ ਦੀ ਨਿੰਦਿਆ ਆਪਾਂ ਕਰੀ ਜਾਂਦੇ ਆ। ਤੇ ਹੁਣ 13ਵੀਂ ਅਸ਼ਟਪਦੀ ਆਪਾਂ ਅੱਗੇ ਸਰਵਣ ਕਰਾਂਗੇ ਵੀ ਜਿਹੜੇ ਸਾਧੂਆਂ ਦੀ ਨਿੰਦਿਆ ਕਰਦੇ ਫਿਰ ਉਹਨਾਂ ਨੂੰ ਫਲ ਵੀ ਕੀ ਮਿਲਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੀ, ਨਾਲ ਸੰਤਾਂ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਹ ਜਿਹੜੇ ਮਹਾਂਪੁਰਸ਼ ਸਾਧੂਆਂ ਦੇ ਨਿੰਦਕ ਇਹ ਸੰਤਾਂ ਨਾਲ ਵੈਰ ਕਮਾਉਂਦੇ, ਇਹਨਾਂ ਦਾ ਦੁਸ਼ਟਾਂ ਨਾਲ ਮੋਹ ਪਿਆਰ ਹੁੰਦਾ ਹੈ। ਇਸ ਕਰਕੇ ਸੰਤ ਦਾ ਜਿਹੜਾ ਨਿੰਦਕ ਹੁੰਦਾ ਹੈ ਇਸ ਤਰ੍ਹਾਂ ਤੜਫਦਾ ਰਹਿੰਦਾ ਜਿਉਂ ਜਲ ਵਿਹੂਨ ਮਛਲੀ ਤੜਫੜਾਏ। ਜਿਵੇਂ ਪਾਣੀ ਤੋਂ ਰਹਿਤ ਮੱਛੀ ਤੜਫਦੀ ਹੈ ਨਾ, ਇੱਦਾਂ ਉਹ ਤੜਫਦੇ ਰਹਿੰਦੇ ਨੇ। ਇਸ ਵਾਸਤੇ ਜਿਹੜੇ ਸਾਧੂ ਜਨ ਪਰਮੇਸ਼ਰ ਦੇ ਪਿਆਰੇ, ਉਹਨਾਂ ਦੀ ਸੰਗਤ ਕਰਨੇ ਕਰਕੇ ਹਿਰਦੇ ਵਿੱਚ ਜਿਹੜਾ ਸ੍ਰੇਸ਼ਟ ਗਿਆਨ ਹੁੰਦਾ ਪਰਮੇਸ਼ਰ ਦਾ, ਬ੍ਰਹਮ ਦਾ, ਉਹ ਬ੍ਰਹਮ ਦਾ ਗਿਆਨ ਹਿਰਦੇ ਦੇ ਘਰ ਵਿੱਚ ਪ੍ਰਗਟ ਹੋ ਜਾਂਦਾ ਹੈ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ। ਇੱਥੇ ਪਾਠ ਕਰਨਾ ਜੀ ਬੁੱਝੈ, ਜਿਵੇਂ ਅੱਧਕ ਲਾ ਕੇ। ਕਿਤੇ ਦਾ ਪਾਠ ਪੋਲਾ ਜਿਹਾ ਹੁੰਦਾ ਬੁੱਝੈ, ਜਿਹੜਾ ਪਿੱਛੇ ਪਾਠ ਆਪਾਂ ਪੜ੍ਹਿਆ ਸੀਗਾ ਉਹ ਬੁੱਝੈ ਪਾਠ ਹੈ, ਜਿਹਦਾ ਭਾਵ ਹੈ ਵੀ ਅਗਨ ਦਾ ਬੁਝਣਾ, ਉਹ ਪੋਲਾ ਜਿਹਾ ਬੋਲੀਦਾ ਹੈ। ਤੇ ਜਿਹੜਾ ਪਾਠ ਸਮਝ ਦੇ ਪ੍ਰਤੀ ਉਚਾਰਨ ਕੀਤਾ ਜਾਏ, ਸੋਝੀ ਦੇ ਪ੍ਰਤੀ ਉਚਾਰਨ ਕੀਤਾ ਜਾਏ, ਉਹ ਪਾਠ ਥੋੜਾ ਕੱਸ ਕੇ ਕਰੀਦਾ ਹੈ। ਕਥਾ ਦਾ ਮਤਲਬ ਹੀ ਇਹੀ ਹੈ ਵੀ ਸਾਨੂੰ ਨਾਲ ਦੀ ਨਾਲ ਜਦੋਂ ਅਰਥ ਪਤਾ ਲੱਗਣਗੇ ਫਿਰ ਉਚਾਰਨਾਂ ਦੀ ਸਮਝ ਸੌਖੀ ਪੈ ਜਾਏਗੀ। ਕਿਉਂਕਿ ਗੁਰਬਾਣੀ ਦੇ ਬਹੁਤੇ ਜਿਹੜੇ ਉਚਾਰਨ ਨੇ ਉਹ ਅਰਥਾਂ ਦੇ ਹਿਸਾਬ ਨਾਲ ਹੁੰਦੇ ਨੇ। ਕਿਤੇ ਪਾਠ ਆਉਂਦਾ ਜੀ ਨਾਓ, ਕਿਤੇ ਪਾਠ ਆਉਂਦਾ ਨਹਾਓ, ਕਿਤੇ ਇਸ਼ਨਾਨ ਦਾ ਵਾਚਕ ਹੈ, ਕਿਤੇ ਨਾਮ ਦਾ ਵਾਚਕ ਹੈ। ਅੱਖਰ ਉਹੀ ਨੇ, ਬਸ ਅਰਥਾਂ ਕਰਕੇ ਫਰਕ ਪੈਂਦਾ ਹੈ ਤੇ ਅਰਥਾਂ ਕਰਕੇ ਹੀ ਉਹਨਾਂ ਦੇ ਉਚਾਰਨ ਬਦਲ ਜਾਂਦੇ ਨੇ। ਸੋ ਇਸ ਵਾਸਤੇ ਇੱਥੇ ਜਿਹੜਾ ਪਾਠ ਉਚਾਰਨ ਕਰਨਾ ਬੁੱਝੈ, ਬੁੱਝੈ ਦਾ ਭਾਵ ਜਾਣਨਾ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ। ਸਾਧੂਆਂ ਦੀ ਸੰਗਤ ਕਰਕੇ ਇਹ ਜੀਵ ਉਸ ਪ੍ਰਭੂ ਨੂੰ ਆਪਣੇ ਨੇੜੇ ਜਾਣ ਲੈਂਦਾ, ਨੇੜੇ ਸਮਝ ਲੈਂਦਾ ਹੈ। ਸਾਧ ਸੰਗ ਸਭ ਹੋਤ ਨਿਡੇਰਾ। ਸਾਧੂਆਂ ਦੀ ਸੰਗਤ ਕਰਨ ਦੇ ਨਾਲ
ਇਸ ਜੀਵ ਦੇ ਸਾਰੇ ਕਰਮਾਂ ਦਾ ਨਿਬੇੜਾ ਜਿਹੜਾ ਹੋ ਜਾਂਦਾ ਹੈ। ਸਾਧ ਕੈ ਸੰਗ ਪਾਏ ਨਾਮ ਰਤਨ, ਪਾਏ ਨਾਮ ਰਤਨ, ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਜੀਵ ਨਾਮ ਰਤਨ ਦੀ ਪ੍ਰਾਪਤੀ ਕਰ ਲੈਂਦਾ ਹੈ। ਕਿਉਂਕਿ ਨਾਮ ਰਤਨ ਪਰਮੇਸ਼ਰ ਨੇ ਭਗਤਾਂ ਨੂੰ ਦਿੱਤਾ ਹੋਇਆ ਹੈ। ਦਾਸ ਤਾਂ ਇਉਂ ਬੇਨਤੀ ਕਰਦਾ ਹੁੰਦਾ ਹੈ ਕਿ ਜਿਹੜੇ ਸਾਧੂ ਨੇ ਨਾ, ਇਹ ਪਰਮੇਸ਼ਰ ਦੇ ਖਜ਼ਾਨਚੀ ਨੇ, ਪਰਮੇਸ਼ਰ ਦੇ ਖਜ਼ਾਨਚੀ। ਜਿਵੇਂ ਰਾਜੇ ਦਾ ਕੋਸ਼ਪਤੀ ਖਜ਼ਾਨਚੀ ਹੁੰਦਾ ਹੈ ਨਾ, ਜਦੋਂ ਰਾਜੇ ਦਾ ਹੁਕਮ ਹੁੰਦਾ ਹੈ ਤੇ ਫਿਰ ਉਹ ਖਜ਼ਾਨੇ ਵਿੱਚੋਂ ਵਸਤੂਆਂ ਕੱਢ ਕੇ ਅਗਾਂਹ ਲੋਕਾਂ ਨੂੰ ਦਿੰਦਾ ਹੈ। ਤੇ ਜਦੋਂ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਤੇ ਪ੍ਰਭੂ ਦੇ ਪਿਆਰੇ ਜਿਹੜੇ ਖਜ਼ਾਨਚੀ ਨੇ ਨਾਮ ਦੇ, ਉਹ ਫਿਰ ਨਾਮ ਦੀ ਜਿਹੜੀ ਦਾਤ ਹੁੰਦੀ ਹੈ ਨਾ ਪਰਮੇਸ਼ਰ ਦੇ ਹੁਕਮ ਦੇ ਵਿੱਚ, ਉਹ ਜੀਵਾਂ ਨੂੰ ਵੰਡਦੇ ਨੇ। ਭਗਤ ਸਾਹਿਬ ਕਬੀਰ ਸਾਹਿਬ ਜੀ ਕਹਿੰਦੇ ਕਿ ਮੈਂ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ ਪਰਮੇਸ਼ਰ ਦੇ ਚਰਨਾਂ ਵਿੱਚੋਂ। ਕਹਿੰਦੇ ਕਬੀਰ ਦੀ ਸੰਸਾਰ ਕੋ, ਮੈਂ ਨਾਮ ਦੀ ਵਸਤੂ ਸੰਸਾਰ ਵਿੱਚ ਵੰਡੀ ਹੈ। ਕਹਿੰਦੇ ਲੀਨੀ ਜਿਸ ਮਸਤਕ ਭਾਗ, ਇਹ ਵਸਤੂ ਪ੍ਰਾਪਤ ਉਸੇ ਨੇ ਕੀਤੀ ਹੈ ਜਿਹਦੇ ਮੱਥੇ ਤੇ ਚੰਗੇ ਭਾਗ ਚੰਗੇ ਕਰਮ ਨੇ, ਉਹਨੂੰ ਹੀ ਪ੍ਰਾਪਤ ਹੋਈ ਹੈ, ਦੂਜਾ ਨਹੀਂ ਪ੍ਰਾਪਤ ਕਰ ਸਕਦਾ। ਸਾਧੂਆਂ ਦੀ ਸੰਗਤ ਕਰਕੇ ਨਾਮ ਦਾ ਰਤਨ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਸਾਧ ਕੈ ਸੰਗ ਏਕ ਊਪਰ ਜਤਨ, ਇੱਥੇ ਪਾਠ ਜੀ ਊਪਰ ਇਸ ਤਰ੍ਹਾਂ ਉਚਾਰਨ ਕਰਨਾ ਹੈ, ਏਕ ਊਪਰ ਜਤਨ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਜਿਹੜਾ ਸਾਡਾ ਮਨ ਹੈ ਨਾ, ਇਸ ਮਨ ਨੂੰ ਜਿੱਤਣ ਦਾ, ਕਾਬੂ ਕਰਨ ਦਾ, ਏਕ ਦਾ ਭਾਵ ਕਿ ਜਿਹੜੀਆਂ ਬਿਰਤੀਆਂ ਖਿੰਡੀਆਂ ਹੋਈਆਂ ਨੇ ਉਹਨਾਂ ਸਾਰੀਆਂ ਬਿਰਤੀਆਂ ਨੂੰ ਇਕੱਤਰ ਕਰਨ ਦਾ, ਇੱਕ ਕਰਨ ਦਾ ਯਤਨ ਇਹ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਭਾਵ ਕਿ ਖਿੰਡਿਆ ਹੋਇਆ ਮਨ ਸਾਧੂਆਂ ਦੀ ਸੰਗਤ ਕਰਕੇ ਇੱਕ ਹੋ ਜਾਂਦਾ ਹੈ, ਕਿਉਂਕਿ ਜੀਵ ਯਤਨ ਕਰਦਾ ਕਿ ਮੈਂ ਆਪਣੇ ਮਨ ਨੂੰ ਇੱਕ ਕਰ ਲਵਾਂ। ਇਹਦਾ ਇੱਕ ਅਰਥ ਫਰੀਦਕੋਟੀ ਟੀਕੇ ਨੇ ਬੜਾ ਸੁੰਦਰ ਕੀਤਾ ਹੈ। ਉਹ ਕਹਿੰਦੇ ਜੀ ਜਿਹੜਾ ਇੱਕ ਬ੍ਰਹਮ ਹੈ, ਉਸ ਬ੍ਰਹਮ ਦੀ ਪ੍ਰਾਪਤੀ ਦਾ ਜਿਹੜਾ ਯਤਨ ਹੈ, ਉਹ ਯਤਨ ਕਰਨਾ ਇਹ ਜੀਵ ਸ਼ੁਰੂ ਕਰ ਦਿੰਦਾ ਹੈ ਜਦੋਂ ਇਹ ਸਾਧੂਆਂ ਦੀ ਸੰਗਤ ਕਰਦਾ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਜਿਹੜੇ ਸਾਧੂ ਜਨ ਨੇ ਉਹਨਾਂ ਦੀ ਮਹਿਮਾ ਕਿਹੜਾ ਪ੍ਰਾਣੀ ਬਿਆਨ ਕਰ ਸਕਦਾ ਹੈ। ਭਾਵ ਕਿ ਕਿਸੇ ਕੋਲ ਸਮਰੱਥਾ ਨਹੀਂ ਕੋਈ ਸਾਧੂਆਂ ਦੀ ਮਹਿਮਾ, ਸਾਧੂਆਂ ਦੀ ਵਡਿਆਈ ਕਰ ਸਕੇ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਇੱਕ ਵਾਰੀ ਬੱਸ ਵਿੱਚ ਜਾ ਰਹੇ ਸਨ ਤੇ ਆਰਾਮ ਕਰਦੇ ਪਏ ਸਨ, ਤੇ ਜਾਂਦਿਆਂ ਜਾਂਦਿਆਂ ਨਾ ਮਹਾਂਪੁਰਸ਼ਾਂ ਨੇ ਬੈਲ ਵਜਾਈ। ਪਿੱਛੇ ਬੈਲ ਲੱਗੀ ਹੋਈ ਸੀ ਤੇ ਗੱਡੀ ਰੋਕ ਦਿੱਤੀ ਸਿੰਘਾਂ ਨੇ, ਤੇ ਪਰਦਾ ਹਟਾ ਕੇ ਵੇਖਿਆ ਵੀ ਇੱਕ ਬੀਬੀ ਤੁਰੀ ਜਾਂਦੀ ਸੀ ਸੜਕ ਦੇ ਕਿਨਾਰੇ। ਆਖਦੇ ਸਿੰਘੋ ਜਾਓ ਵੇਖੋ ਬੀਬੀ ਜਿਹੜੀ ਹੈ, ਨਾਲੇ ਜੇਬ ਚੋਂ 3000 ਰੁਪਇਆ ਕੱਢ ਕੇ ਦੇ ਦਿੱਤਾ ਤੇ ਕਹਿੰਦੇ ਉਹਨੂੰ ਲੱਭ ਕੇ ਨਾ ਤੇ ਮਾਇਆ ਨੂੰ ਦੇ ਕੇ ਆਓ। ਹੁਣ ਬੱਸ ਸੀ, ਬੱਸ ਰੋਕਦਿਆਂ ਸਮਾਂ ਵੀ ਲੱਗ ਗਿਆ ਥੋੜਾ ਜਿਹਾ, ਥੋੜੀ ਜਿਹੀ ਅੱਗੇ ਚਲੀ ਗਈ ਬੱਸ, ਤੇ ਮਹਾਂਪੁਰਸ਼ਾਂ ਨੇ ਤਾਂ ਪਹਿਲਾਂ ਹੀ ਪਰਦਾ ਹਟਾ ਕੇ ਉਹ ਬੀਬੀ ਨੂੰ ਲੰਘਦਿਆਂ ਵੇਖ ਲਿਆ। ਬੱਸ ਰਕਾਈ ਤੇ ਇੰਨੇ ਨੂੰ ਬੀਬੀ ਕਾਫੀ ਅਗਾਂਹ ਲੰਘ ਗਈ ਤੇ ਸਿੰਘ ਉਤਰੇ ਗਏ ਪਿੱਛੇ, ਵਾਪਸ ਆ ਗਏ। ਆਖਣ ਲੱਗੇ ਬਾਬਾ ਜੀ ਵੀ ਉਹ ਤਾਂ ਬੀਬੀ ਪਤਾ ਨਹੀਂ ਕਿੱਧਰ ਨੂੰ ਲੰਘ ਗਈ, ਕਿੱਧਰ ਚਲੀ ਗਈ, ਵੀ ਬੱਸ ਰੁਕਦਿਆਂ ਦੇਰੀ ਲੱਗ ਗਈ ਹੈ। ਮਹਾਂਪੁਰਸ਼ ਕਹਿੰਦੇ ਵੀ ਇੱਥੋਂ ਰਕਸ਼ਾ ਲਓ ਤੇ ਲੱਭ ਕੇ ਦੇ ਕੇ ਆਓ ਉਹਨੂੰ ਪੈਸੇ। ਤੇ ਉਹ ਜਿਹੜੇ ਸਿੰਘ ਦੋ ਜਾਣੇ ਗਏ, ਉਹਨਾਂ ਨੇ ਰਕਸ਼ਾ ਲਿਆ ਤੇ ਜਾ ਕੇ ਫਿਰ ਉਹ ਬੀਬੀ ਨੂੰ ਲੱਭਿਆ ਵੀ ਕਿੱਥੇ। ਉਹ ਬੀਬੀ ਨੂੰ ਲੱਭ ਕੇ ਨਾ ਤੇ ਜਦੋਂ ਆਖਿਆ ਵੀ ਬੀਬੀ ਰੁਕ, ਉਹ ਡਰ ਗਈ, ਸਹਿਮ ਗਈ ਵੇਖ ਕੇ। ਵਿਚੋਲਿਆਂ ਵਾਲੇ ਸਿੰਘ ਸਨ ਤੇ ਵੇਖਿਆ ਵੀ ਪਤਾ ਨਹੀਂ ਕੌਣ। ਆਖਿਆ ਬਾਬਾ ਜੀ ਮੈਂ ਨਹੀਂ ਤੁਹਾਨੂੰ ਜਾਣ, ਤੁਸੀਂ ਕੌਣ ਹੋ? ਉਹ ਆਖਦੇ ਨੇ ਵੀ ਸਾਨੂੰ ਤਾਂ ਮਹਾਂਪੁਰਸ਼ਾਂ ਨੇ ਭੇਜਿਆ। ਉਹਨਾਂ ਆਖਿਆ ਵੀ ਬੀਬੀ ਨੂੰ ਮਾਇਆ ਦੇ ਦਿਓ, ਤੇ ਅਸੀਂ ਤਾਂ ਮਾਇਆ ਦੇਣ ਵਾਸਤੇ ਆਏ ਆ, ਪਰ ਸਾਡਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਤੇਰੀ ਜ਼ਰੂਰਤ ਕਿਸ ਚੀਜ਼ ਦੀ ਹੈ? ਉਹ ਰੋ ਪਈਏ ਇੰਨੀ ਗੱਲ ਸੁਣ ਕੇ।
आख्या भी मेरे बच्चों ने कई दिन हो गए दुध नहीं पीता, भी पति मेरा है कोई नहीं, ते दुध मैं मुल खरीददी हाँ ते पैसे ना होने करके डेयरी वाले नूं पैसे नहीं दे होए। ते हुण ओह कहंदा पहला पिछला बकाया दे फिर अगे दुध मिलेगा। कहंदे जी किन्ना किन्ना बकाया रहिंदा है? कहंदे जी 3000 रुपया। ते हुण जिहड़ी माया महापुरुषां ने दित्ती सी ओह 3000 रुपया सी पूरा, जिन्ना चाहिदा सी ना उन्ना ही सीगा। तो 3000 रुपया दिता, लै बीबा भी आ महापुरुषां ने भेजा है। वो सिंह बड़े हैरान होए। वेखो भी राह जांदी बीबी आपे ही पर्दा जा हटा के उन्होंने कोलों लंघदी नूं वेख्या, वेख के बस रकाई ते 3000 रुपया दिता। इदां रस्ते विच किते जल पानी छकण वास्ते रुके। बीबी एक सब्जी वेचदी सी ते ओहनूं कहण लगे भी ना तू जिन्ने गहणे पाए ला के सानू दे दे। संत बाबा ठाकुर सिंह जी महापुरुष कहते, वो बीबी ने गहने उतारे ते दे दिते। जिहड़ी नाल दी बीबी सी, नाल होर सी एक, उस बीबी ने उन्होंने भी कहा महापुरुषां ने भी तू भी ला के दे दे। हुण चलो उन्हां कोल किन्ने के सी, कन्नां 'च थोड़े बादे गहने सीगे जिहड़े वो ला के एक ने तां दे दिते, दूजी ने अपना बच्चा भेजिया ते आख्या घर वाले नूं भी इत्थे ना कोई बाबे आए ने गहने मंगते हैं। उन्हें आख्या भी इन्हों नहीं देने, पता नहीं कौन है कौन नहीं। जिहड़ी बीबी ने गहने दे दिते ते महापुरुष कहंदे भी जमीन अपनी है। आखदे जी नहीं जी साडी नहीं, भी ठेके ते ही वाहुने आ, माड़ा मोटा साडा गुजारा चलदा। ते महापुरुषां ने आख्या नाल दे ਸਿੰਘਾਂ ਨੂੰ भी ਸਿੰਘो भी क्यों ना इस तरह करी भी इन्हों जमीन ही लै दईए। सिंह कहते महापुरुषो भी जमीन तो बड़ी महंगी इत्थे, आखदे इस तरह करो भी फिर इन्हों माया दे दिओ, इन्हों माया दे दिओ ते इन्हां दा जिहड़ा ठेका जिहड़ा है ना वो ला दिओ सारा, ते ताकि अगे जमीन वाह के ते गुजारा कर सकण। ये साधु जन जिहड़े हुंदे ने ना उन्हां दे कौतक बड़े आश्चर्य हुंदे ने। एक नौजवान इहो जे बड़े प्रकरण ने महापुरुष बाबा ठाकुर सिंह जी दे जीवन दे, वो तुर नहीं सी सकदा लत्तां तो। जिथे श्री अकाल तख्त साहब है ना हुक्मनामा बाहर लिखिया हुंदा जी, व्हील चेयर ते बैठा सी ते महापुरुष परिक्रमा करके उथे जदों पहुंचे ना बच्चे दे कोल ते बांह तो फड़िया, तेज बोलते सन थोड़ा जिहा, आख्या भी बैठीदा नहीं गुरु रामदास महाराज दे घर विच आके उच्चा नहीं बैठीदा, उठ खड़ा हो। वो बांह तो फड़ के उन्हें खड़ा करता, ओहदियां तां लत्तां नहीं सी चलदियां, बांह तो फड़िया ते खड़ा कर दिता उन्होंने भी बहना नहीं। ते इन्ना बचन कह के महापुरुष फटाफट चले गए भी किसी को पता ना लग जाए। ते जेड़े उहदे परिवार वाले कड़ा प्रसाद जी दे कराउण गए सन, ते जदों वापस आए ते बच्चा उत्थे खलोता होया पैरां दे उत्ते। ये कोई अत कथनी नहीं। एक सिंह मिलिया कैनेडा दे विच, ते उस सिंह ने मैनूं दस्सिया भी वो बच्चा अज भी उत्थे एक्सपोर्ट दे इलाके दे विच, हुण तां नौजवान हो गया, काफ़ी समा पहलां दी कथा है। इहो जे जिहड़े साधु जन हुंदे ने गुरमुखो, इन्हां दी महिमा नहीं कोई बयान कर सकदा। ये कोई करामात नहीं। साधु जन बड़े दयालु हुंदे ने, दया दे नाल हिरदा भरिया हुंदा उन्हां दा। जिवें परमेश्वर साहिब जी दयालु हुंदे ने, साधु भी बड़े दयावान हुंदे ने। किसी का दुख नहीं वो वेख सकते। जदों कोई दुखी हुंदा उन्हां दा हिरदा दुखी हो जाता है, दूजियां दे सुख नूं वेख के वो बड़े प्रसन्न हुंदे ने। इस करके बाणी ने फरमान किया, जन्म मरण दोहू मैं नाही, जन परोपकारी आए। परोपकारी बन के संसार दे विच आउंदे हन। इस करके साध की महिमा, ये पाठ महिमा करना जी, वरना कौन प्राणी। साधुआं दी जिहड़ी महिमा है, किहड़ा प्राण धारी जीव, सवास धारी जीव बयान कर सकता है। नानक साध की शोभा प्रभ माहे समानी। नानक ते जमकी दे के साध की शोभा, इथे विश्राम ला के प्रभ माहे समानी, इस तरह उच्चारण करना है। गुरु अर्जन देव जी फरमान करदे, जिहड़ी साधुआं दी शोभा है भाई, ये प्रभु दे विच ही समाई हुई है। क्योंकि परमात्मा अपने प्यारियां दी वडियाई कराउंदा। कदों
ਕਹਿੰਦੇ ਹਰ ਨੂੰ ਪਰਮੇਸ਼ਰ ਨੂੰ ਜਦੋਂ ਆਪਣੀ ਵਡਿਆਈ ਕਰਾਣੀ ਭਾਵਦੀ ਹੁੰਦੀ ਹੈ ਨਾ, ਜਨ ਕਾ ਜੈਕਾਰ ਕਰਾਈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਜਦੋਂ ਉਹਨਾਂ ਨੂੰ ਆਪਣੀ ਵਡਿਆਈ ਕਰਾਉਣੀ ਚੰਗੀ ਲੱਗਦੀ ਹੈ, ਵਾਹਿਗੁਰੂ ਆਪਣੇ ਭਗਤਾਂ ਦੀ ਜੈ ਜੈਕਾਰ ਕਰਾ ਦਿੰਦੇ ਨੇ। ਇਸ ਕਰਕੇ ਪ੍ਰਮਾਤਮਾ ਦੇ ਵਿੱਚ ਹੀ ਪ੍ਰਮਾਤਮਾ ਦੇ ਪਿਆਰਿਆਂ ਦੀ ਸ਼ੋਭਾ ਸਮਾਈ ਹੁੰਦੀ ਹੈ। ਸਾਧ ਕੈ ਸੰਗ ਅਗੋਚਰ ਮਿਲੈ। ਅਗੋਚਰ ਮਿਲੈ, ਮਿਲੈ ਪਾਠ ਕਰਨਾ ਦੁਲਾਵਾਂ ਨਾਲ। ਅਗੋਚਰ ਉਹਨੂੰ ਕਹਿੰਦੇ ਜੀ ਜਿਹੜਾ ਇੰਦਰੀਆਂ ਦੀ ਪਕੜ ਤੋਂ ਰਹਿਤ ਹੋਵੇ। ਸਾਧੂਆਂ ਦੀ ਸੰਗਤ ਕਰਕੇ ਜੋ ਅਗੋਚਰ ਵਾਹਿਗੁਰੂ ਹੈ, ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਕੈ ਸੰਗ ਸਦਾ ਪਰ ਫੁਲੈ। ਸਾਧ ਕੈ ਸੰਗ ਸਦਾ ਪਰ ਫੁਲੈ। ਪਰ ਫੁਲੈ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਗਿਆਨੀ ਜੀ ਨੇ ਕੀਤਾ ਹੈ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਦਾ ਜਿਹੜਾ ਇਹ ਮਨ ਹੈ, ਇਹ ਸਦੀਵ ਹਮੇਸ਼ਾ ਵਾਸਤੇ ਪ੍ਰਫੁੱਲਤ ਹੋ ਜਾਂਦਾ ਹੈ, ਖਿੜ ਜਾਂਦਾ ਹੈ। ਸਾਧ ਕੈ ਸੰਗ ਆਵਹਿ ਬਸ ਪੰਚਾ। ਆਵਹਿ ਇਸ ਤਰ੍ਹਾਂ ਉਚਾਰਨ ਕਰਨਾ ਹੈ, ਬਸ ਪੰਚਾ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਜਿਹੜੇ ਵਿਕਾਰ ਇਹ ਕਾਬੂ ਵਿੱਚ ਆ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਪਾਠ ਇਕੱਠਾ ਹੈ ਜੀ। ਅੰਮ੍ਰਿਤ ਰਸ ਪੁੰਚਾ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਪਰਮੇਸ਼ਰ ਦੇ ਨਾਮ ਅੰਮ੍ਰਿਤ ਰਸ ਨੂੰ ਜੀਵ ਪੁੰਚਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ। ਸਾਧ ਸੰਗ ਵਿਸ਼ਰਾਮ ਲਾ ਕੇ ਹੋਏ ਇਸ ਤਰ੍ਹਾਂ ਉਚਾਰਨ ਕਰਨਾ ਹੈ, ਸਭ ਕੀ ਰੇਨ। ਜਿਹੜਾ ਸਾਧੂਆਂ ਦੀ ਸੰਗਤ ਕਰਦਾ ਉਹਦੇ ਮਨ 'ਚ ਇੰਨੀ ਕੁ ਨਿਮਰਤਾ ਆ ਜਾਂਦੀ ਹੈ, ਉਹ ਸਾਰਿਆਂ ਦੇ ਚਰਨਾਂ ਦੀ ਰੇਣ ਧੂੜ ਬਣ ਜਾਂਦਾ ਹੈ। ਸਾਧ ਕੈ ਸੰਗ ਮਨੋਹਰ ਬੈਨ। ਮਨੋਹਰ ਇਸ ਤਰ੍ਹਾਂ ਉਚਾਰਨ ਕਰਨਾ ਹੈ, ਕਿਉਂਕਿ ਨੰਨੇ ਨੂੰ ਹੋੜਾ ਹੈ, ਥੋੜਾ ਜਿਹਾ ਲਮਕਾ ਕੇ ਇਹਦਾ ਉਚਾਰਨ ਹੋਵੇਗਾ ਮਨੋਹਰ ਬੈਨ। ਜਦੋਂ ਸਾਧੂਆਂ ਦੀ ਸੰਗਤ ਕਰੀਦੀ ਹੈ, ਇਸ ਜੀਵ ਦੇ ਬੈਨ ਕਹੀਏ ਜਿਹੜੇ ਬੋਲ ਨੇ ਮਨੋਹਰ, ਬੜੇ ਮਿੱਠੇ ਤੇ ਪਿਆਰੇ ਬੋਲ ਹੋ ਜਾਂਦੇ ਨੇ। ਭਾਵ ਜਦੋਂ ਵੀ ਰਸਨਾ ਨਾਲ ਬੋਲਦਾ ਹੈ, ਬਹੁਤਾ ਮਿੱਠਾ ਬੋਲਦਾ ਹੈ, ਫਿਰ ਦੂਜਿਆਂ ਦਾ ਮਨ ਮੋਹਿਤ ਕਰ ਲੈਂਦਾ ਹੈ। ਸਾਧ ਕੈ ਸੰਗ ਨ ਕਤਹੂ ਧਾਵੈ। ਨਾ ਜਿਹੜਾ ਇਹ ਮੁਕਤਾ ਹੈ, ਇਹਨੂੰ ਨਾ ਨਹੀਂ ਕਹਿਣਾ ਜੀ। ਨਾ ਕਤਹੂ ਧਾਵੈ, ਇੱਥੇ ਕਤਹੂ ਪਾਠ ਟਿੱਪੀ ਦੇ ਨਾਲ ਕਰਨਾ ਹੈ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਫਿਰ ਇਸ ਜੀਵ ਦਾ ਮਨ ਤ੍ਰਿਸ਼ਨਾ ਦੇ ਕਰਕੇ ਕਦੇ ਵੀ ਦੌੜਦਾ ਨਹੀਂ ਹੈ। ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਸੰਗ ਅਸਥਿਤ, ਅਸਥਿਤ ਉਚਾਰਨ ਕਰਨਾ ਹੈ। ਮਨ ਜਿਹੜਾ ਹੈ ਸਾਧੂਆਂ ਦੀ ਸੰਗਤ ਦੇ ਨਾਲ ਸਥਿਰਤਾ ਦੀ ਪ੍ਰਾਪਤੀ ਕਰ ਲੈਂਦਾ। ਜਿਹੜਾ ਕਈ ਜਨਮਾਂ ਤੋਂ ਭਟਕ ਰਿਹਾ ਹੈ ਮਨ, ਇਸ ਮਨ ਨੂੰ ਟਿਕਾ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਸਾਧ ਕੈ ਸੰਗ ਮਾਇਆ ਤੇ ਭਿੰਨ। ਸਾਧ ਕੈ ਸੰਗ ਮਾਇਆ ਤੇ ਭਿੰਨ। ਜਿਹੜਾ ਦੇ ਸ਼ਬਦ ਹੈ ਇਹ ਵੱਖਰਾ ਹੀ ਉਚਾਰਨ ਕਰਨਾ ਹੈ, ਅਲੱਗ ਬੋਲਣਾ ਹੈ। ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਣਾ ਚਾਹੀਦਾ ਬਾਣੀ ਪੜ੍ਹਨ ਵਕਤ ਵੀ ਅਸੀਂ ਇਹਨਾਂ ਅੱਖਰਾਂ ਨੂੰ ਨਿਖੇੜ ਕੇ ਪੜ੍ਹ ਰਹੇ ਹਾਂ। ਜਦੋਂ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਵੇਗਾ ਤੇ ਬਾਣੀ ਸੁਣਨ ਵਾਲੇ ਗੁਰਮੁਖ ਪਿਆਰੇ ਨੂੰ ਆਪਣੇ ਆਪ ਹੀ ਪਤਾ ਲੱਗੀ ਜਾਏਗਾ ਵੀ ਅੱਖਰ ਨਿਖੇੜ ਕੇ ਪੜ੍ਹੇ ਜਾ ਰਹੇ ਨੇ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਧੂ ਜਨ ਉਹਨਾਂ ਦੀ ਸੰਗਤ ਕਰਨ ਦੇ ਨਾਲ ਇਹ ਜਿਹੜਾ ਜੀਵ ਫਿਰ ਮਾਇਆ ਤੋਂ ਭਿੰਨ, ਮਾਇਆ ਤੋਂ ਵੱਖਰਾ ਯਾਨੀ ਰਹਿਤ ਹੋ ਜਾਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਨਾਨਕ ਜਮਕੀ ਦੇ ਕੇ ਪ੍ਰਭ ਸੋ ਪ੍ਰਸੰਨ। ਸੋ ਪ੍ਰਸੰਨ ਪਾਠ ਇਕੱਠਾ ਹੈ ਜੀ। ਸਤਿਗੁਰੂ ਜੀ ਕਹਿੰਦੇ ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ ਉਹਦੇ ਉੱਪਰ ਪ੍ਰਭੂ ਪ੍ਰਸੰਨ ਹੋ ਜਾਂਦਾ ਹੈ, ਵਾਹਿਗੁਰੂ ਕਿਰਪਾਲੂ ਹੋ ਜਾਂਦਾ ਹੈ। ਸਾਧ ਸੰਗ ਦੁਸ਼ਮਨ ਸਭ ਮੀਤ। ਸਾਧੂਆਂ ਦੀ ਸੰਗਤ ਕਰਨ ਨਾਲ ਦੁਸ਼ਮਨ, ਇਹਨੂੰ ਦੁਸ਼ਮਣ ਨਹੀਂ ਕਹਿਣਾ ਜੀ, ਦੁਸ਼ਮਨ ਸਭ ਮੀਤ। ਜਿੰਨੇ ਵੀ ਦੁਸ਼ਮਣ ਹੁੰਦੇ ਨੇ
ਸਾਧੂਆਂ ਦੀ ਸੰਗਤ ਕਰਕੇ ਉਹ ਮਿੱਤਰ ਬਣ ਜਾਂਦੇ ਨੇ। ਕਿਉਂਕਿ ਜਦੋਂ ਆਪਣੇ ਮਨ ਵਿੱਚ ਵੀ ਵੈਰ ਭਾਵ ਨਹੀਂ ਰਹਿੰਦਾ ਤੇ ਉਦੋਂ ਕੋਈ ਦੁਸ਼ਮਣ ਨਜ਼ਰ ਆਉਂਦਾ ਹੀ ਨਹੀਂ। ਦੁਸ਼ਮਣ ਤਾਂ ਉਦੋਂ ਹੀ ਨਜ਼ਰ ਆਏਗਾ ਨਾ ਵੀ ਜਦੋਂ ਸਾਡੇ ਮਨ 'ਚ ਵੈਰ ਹੋਏਗਾ ਦੂਜਿਆਂ ਪ੍ਰਤੀ। ਜਿਹੜੇ ਭਗਤ ਜਨ ਨਿਰਵੈਰ ਹੁੰਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਕਿਸੇ ਦੇ ਪ੍ਰਤੀ ਵੈਰ ਨਹੀਂ ਹੁੰਦਾ, ਅੰਦਰੋਂ ਵੈਰ ਖਤਮ ਹੀ ਹੋ ਜਾਂਦਾ ਉਹਨਾਂ ਦੇ। ਉਹ ਕਹਿੰਦੇ ਨੇ ਵੀ ਨਾ ਕੋ ਮੇਰਾ ਦੁਸ਼ਮਣ ਰਹਿਆ, ਮੇਰਾ ਕੋਈ ਦੁਸ਼ਮਣ ਹੀ ਨਹੀਂ ਸੰਸਾਰ ਵਿੱਚ, ਨਾ ਹੀ ਮੇਰਾ ਕੋਈ ਬੁਰਾ ਕਰਨ ਵਾਲਾ ਹੈ ਜਗਤ ਦੇ ਅੰਦਰ। ਜਦੋਂ ਆਪਣਾ ਮਨ ਨਿਰਵੈਰ ਹੋ ਜਾਂਦਾ ਹੈ ਜੀ, ਫਿਰ ਵਾਕਿਆ ਹੀ ਕੋਈ ਵੈਰੀ ਨਹੀਂ ਰਹਿੰਦਾ ਜਗਤ ਸੰਸਾਰ ਅੰਦਰ, ਫਿਰ ਸਾਰੇ ਮਿੱਤਰਾਂ ਦੇ ਰੂਪ ਵਿੱਚ ਹੀ ਨਜ਼ਰ ਆਉਂਦੇ ਨੇ। ਸੋ ਇਸ ਵਾਸਤੇ ਜਦੋਂ ਆਪਣਾ ਮਨ ਨਿਰਵੈਰ ਹੈ ਤਾਂ ਹੀ ਨਿਰਵੈਰ ਪ੍ਰਮਾਤਮਾ ਜਗਤ ਵਿੱਚੋਂ ਦਿਖਾਈ ਦਿੰਦਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਸਾਧੂਆਂ ਦੀ ਸੰਗਤ ਕਰਨੇ ਕਰਕੇ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਵੀ ਸਾਰੇ ਭਾਈ ਮਿੱਤਰ ਬਣ ਜਾਂਦੇ ਹਨ। ਸਾਧੂ ਕੈ ਸੰਗ ਮਹਾ ਪੁਨੀਤ, ਸਾਧੂ ਕੈ ਸੰਗ ਮਹਾ ਪੁਨੀਤ। ਮਹਾ ਸ਼ਬਦ ਹੈ, ਇਹਨੂੰ ਬਿਨਾਂ ਬਿੰਦੀ ਤੋਂ ਉਚਾਰਨ ਹੈ, ਮਹਾ ਨਹੀਂ ਕਹਿਣਾ, ਮਹਾ ਪੁਨੀਤ। ਸਾਧੂਆਂ ਦੀ ਸੰਗਤ ਕਰਨ ਨਾਲ ਇਹ ਜੀਵ ਬਹੁਤਾ ਪਵਿੱਤਰ ਹੋ ਜਾਂਦਾ, ਅੰਦਰ ਦੀ ਮੈਲ ਧੋਤੀ ਜਾਂਦੀ ਹੈ। ਸਾਧ ਸੰਗ ਕਿਸ ਸਿਓ ਨਹੀਂ ਬੈਰ, ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ ਕਿਸ ਸਿਓ ਨਹੀਂ ਬੈਰ, ਉਹਦਾ ਕਿਸੇ ਨਾਲ ਵੀ ਵੈਰ ਨਹੀਂ ਰਹਿੰਦਾ। ਸਾਧ ਕੈ ਸੰਗ ਨਾ ਬੀਗਾ ਪੈਰ, ਇੱਥੇ ਜਿਹੜਾ ਪਾਠ ਹੈ ਜੀ ਬੀਗਾ, ਇਹਨੂੰ ਕਈ ਬੀਂਗਾ ਬੋਲਦੇ ਨੇ ਬਿੰਦੀ ਲਾ ਕੇ। ਆਖਿਆ ਜੀ ਵੀ ਇਹਦਾ ਅਰਥ ਟੇਢਾ ਹੈ, ਵਾਕਿਆ ਹੀ ਇਹਦਾ ਅਰਥ ਟੇਢਾ ਹੈ, ਕੋਈ ਸ਼ੱਕ ਨਹੀਂ। ਫਿਰ ਬੀਂਗਾ ਵੈਸੇ ਤਾਂ ਬਿੰਗਾ ਹੁੰਦਾ ਹੈ, ਬੀਂਗਾ ਤਾਂ ਹੁੰਦਾ ਹੀ ਨਹੀਂ। ਆਪਾਂ ਕਹਿੰਦੇ ਆ ਵੀ ਆ ਫਲਾਣੀ ਚੀਜ਼ ਬਿੰਗੀ ਹੈ, ਤੁਸੀਂ ਕਹਿੰਦੇ ਹੋ ਵੀ ਬੀਂਗੀ ਹੈ, ਇਦਾਂ ਤਾਂ ਨਹੀਂ ਨਾ ਬੋਲਦੇ ਤੁਸੀਂ। ਇਹ ਤਾਂ ਆਪਣੇ ਕੋਲੋਂ ਹੀ ਅਸੀਂ ਵਿਸ਼ੇਸ਼ਣ ਲਾ ਲਾ ਕੇ ਤੇ ਹੋਰ ਦਾ ਹੋਰ ਹੀ ਕੁਝ ਬਣਾ ਦਿੰਦੇ ਆ। ਜਿਵੇਂ ਗਿਆਨੀ ਜਸਵੰਤ ਸਿੰਘ ਜੀ ਕਹਿੰਦੇ ਸਵੇਰੇ ਘਰੋਂ ਆਉਂਦੇ ਨੇ, ਬਿੰਦੀਆਂ ਦਾ ਟੈਚੀ ਭਰ ਕੇ ਲਿਆਉਂਦੇ ਨੇ, ਕਹਿੰਦੇ ਤੇ ਸਾਰਾ ਟੈਚੀ ਬਾਣੀ ਉੱਤੇ ਲਾ ਲਾ ਕੇ ਨਾ ਬਿੰਦੀਆਂ ਇੱਥੇ ਖਤਮ ਕਰ ਜਾਂਦੇ ਨੇ ਕਿ ਪਤਾ ਨਹੀਂ ਇਹਨਾਂ ਕੋਲ ਬਿੰਦੀਆਂ ਆਈਆਂ ਕਿੱਥੋਂ ਇੰਨੀਆਂ ਜ਼ਿਆਦੀਆਂ। ਇਹ ਪਾਠ ਹੈ ਹੀ ਬੀਗਾ ਹੈ, ਇਹਨੂੰ ਬੀਂਗਾ ਬੋਲਣ ਦੀ ਲੋੜ ਹੀ ਨਹੀਂ। ਇਹ ਅਰਥ ਆਪਣੇ ਆਪ ਜੀ ਸਿੱਧ ਕਰੀ ਜਾਂਦਾ ਵੀ ਜਿਹੜੇ ਸਾਧੂਆਂ ਦੀ ਸੰਗਤ ਕਰਦੇ ਨੇ, ਜਿਹੜਾ ਬੀਗਾ ਕਹੀਏ ਟੇਢਾ ਰਸਤਾ ਹੈ ਨਾ, ਟੇਢੇ ਰਸਤੇ ਉੱਤੇ ਉਹਨਾਂ ਦਾ ਪੈਰ ਨਹੀਂ ਪੈਂਦਾ, ਭਾਵ ਉਹ ਗਲਤ ਰਾਹ ਤੇ ਨਹੀਂ ਤੁਰਦੇ। ਜਿਹੜੇ ਸਾਧੂਆਂ ਦੀ ਸੰਗਤ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ। ਸੋ ਇਸ ਵਾਸਤੇ ਕਿਸੇ ਨੂੰ ਬੀਂਗਾ ਨਹੀਂ ਬੋਲਣਾ ਜੀ, ਬੀਗਾ ਸ਼ਬਦ ਦੀ ਉਚਾਰਨ ਕਰਨਾ ਹੈ। ਹਾਂਜੀ ਭਾਈ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਕੈ ਸੰਗ ਨਾਹੀ ਕੋ ਮੰਦਾ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਸ ਜੀਵ ਦੀ ਦ੍ਰਿਸ਼ਟੀ ਕੋਈ ਵੀ ਮਾੜਾ ਦ੍ਰਿਸ਼ਟੀ ਨਹੀਂ ਪੈਂਦਾ। ਨਾਹੀ ਕੋ ਮੰਦਾ ਕਹਿੰਦਾ ਵੀ ਕੋਈ ਵੀ ਮੰਦਾ ਮਾੜਾ ਨਹੀਂ ਸੰਸਾਰ ਵਿੱਚ, ਕਿਉਂਕਿ ਆਪਣੀ ਦ੍ਰਿਸ਼ਟੀ ਪਵਿੱਤਰ ਹੋ ਗਈ ਨਾ। ਹੁਣ ਆਪਾਂ ਕਹਿੰਦੇ ਆ ਜੀ ਜ਼ਮਾਨਾ ਬੜਾ ਖਰਾਬ ਆ ਗਿਆ, ਜ਼ਮਾਨਾ ਥੋੜਾ ਖਰਾਬ ਹੈ, ਸਾਡੀ ਬੁੱਧੀ ਖਰਾਬ ਹੋ ਗਈ ਹੈ। ਜ਼ਮਾਨਾ ਤਾਂ ਉਹੀ ਹੈ, ਉਦੋਂ ਵੀ ਸਾਡੇ ਵਰਗੇ ਹੀ ਲੋਕ ਸਨ ਪਹਿਲੇ ਜ਼ਮਾਨਿਆਂ ਵਿੱਚ, ਪਰ ਜਤ ਸਤ ਦੇ ਧਾਰਨੀ ਸਨ ਲੋਕ। ਉਹਨਾਂ ਦਾ ਮਨ ਪਵਿੱਤਰ ਸੀ, ਸਾਰਿਆਂ ਦੀ ਬੁੱਧੀ ਨਿਰਮਲ ਸੀ। ਭਗਤੀ ਬੰਦਗੀ ਕਰਨੀ, ਸੰਗਤ ਵਿੱਚ ਜੁੜਨਾ, ਬਾਣੀ ਪੜ੍ਹਨੀ, ਧਾਰਮਿਕ ਸਥਾਨਾਂ ਤੇ ਜੁੜਨਾ, ਬੁੱਧੀ ਨਿਰਮਲ ਹੋਣੇ ਕਰਕੇ ਦ੍ਰਿਸ਼ਟੀ ਵੀ ਨਿਰਮਲ ਸੀ। ਜਿੰਨੇ ਅਪਰਾਧ ਅੱਜ ਨੇ, ਅਪਰਾਧ ਤੇ ਪਹਿਲਾਂ ਵੀ ਸੀ, ਪਰ ਇੰਨੇ ਨਹੀਂ ਸੀ ਜਿੰਨੇ ਅੱਜ ਨੇ। ਜ਼ਮਾਨਾ ਨਹੀਂ ਖਰਾਬ ਹੋਇਆ, ਜ਼ਮਾਨਾ ਤਾਂ ਉਹੀ ਹੈ, ਪਰ ਬੰਦੇ ਦੀ ਦ੍ਰਿਸ਼ਟੀ ਮੈਲੀ ਹੋ ਗਈ ਹੈ। ਜਦੋਂ ਆਪਣੀ ਦ੍ਰਿਸ਼ਟੀ ਮੈਲੀ ਹੋਵੇ ਤੇ ਉਦੋਂ ਸਾਰਾ ਕੁਝ ਮੈਲਾ ਹੀ ਨਜ਼ਰ ਆਉਂਦਾ ਹੈ। ਜਿਵੇਂ ਪਹਿਲਾਂ ਬੇਨਤੀ ਕੀਤੀ, ਜਦੋਂ ਆਪਣਾ ਮਨ ਨਿਰਵੈਰ ਹੋਵੇ ਉਦੋਂ ਫਿਰ ਵੈਰੀ ਕੋਈ ਨਹੀਂ ਦੱਸਦਾ। ਜਦੋਂ ਸਾਡੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਵੈਰ ਭਾਵ ਹੈ ਤੇ ਆਪਣੇ ਆਪ ਹੀ ਸਾਰਾ ਜਗਤ ਵੈਰੀ ਦਿਸੀ ਜਾਣਾ ਆ। ਭਾਈ ਕਨ੍ਹਈਆ ਸਾਹਿਬ ਜੀ ਨੂੰ ਕੋਈ ਵੈਰੀ ਦਿਸਿਆ ਸੀ ਜੰਗ ਵਿੱਚ? ਉਹਨਾਂ ਨੂੰ ਸਾਰੇ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਜ਼ਰ ਆਏ ਨੇ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਬੜੀ ਨਿਰਮਲ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਸਾਧੂਆਂ ਦੀ ਸੰਗਤ ਕਰਦੇ ਨੇ ਭਾਈ, ਨਾ ਹੀ ਕੋ ਮੰਦਾ, ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਵੀ ਮਾੜਾ ਨਹੀਂ ਹੁੰਦਾ। ਸਾਧ ਸੰਗ ਜਾਣੇ
ਪਰਮਾਨੰਦਾ। ਸਾਧ ਸੰਗ ਜਾਣੇ ਪਰਮਾਨੰਦਾ। ਪਰਮਾਨੰਦਾ ਪਾਠ ਇਕੱਠਾ ਕਰਨਾ ਹੈ। ਜਿਹੜੇ ਸਾਧੂਆਂ ਦੀ ਸੰਗਤ ਕਰਦੇ ਨੇ ਉਹ ਪਰਮ ਆਨੰਦ ਸਰੂਪ ਪਰਮੇਸ਼ਰ ਅਕਾਲ ਪੁਰਖ ਨੂੰ ਜਾਣ ਲੈਂਦੇ ਹਨ। ਸਾਧ ਕੈ ਸੰਗ ਨਾਹੀ ਹਉ ਤਾਪ। ਇੱਥੇ ਪਾਠ ਹੈ ਜੀ ਹਉ, ਇਹਨੂੰ ਹਾਉ ਨਹੀਂ ਕਹਿਣਾ, ਹਉ ਤਾਪ। ਹਉ ਭਾਵ ਹਉਮੈ। ਹਉਮੈ ਜਿਹੜੀ ਉਹ ਤਾਪ ਦੇ ਵਾਂਗੂ ਹੈ। ਜਿਵੇਂ ਸਰੀਰ ਨੂੰ ਬੁਖਾਰ ਚੜ੍ਹਦਾ ਹੈ ਨਾ, ਇਹ ਹਉਮੈ ਵੀ ਇੱਕ ਬੁਖਾਰ ਦੇ ਵਾਂਗੂ ਹੀ ਹੈ। ਜਦੋਂ ਕਿਸੇ ਨੂੰ ਇਹ ਤਾਪ ਚੜ੍ਹ ਜਾਂਦਾ ਫਿਰ ਆਕੜਿਆ ਫਿਰਦਾ ਹੈ। ਮਹਾਰਾਜ ਬਾਣੀ ਵਿੱਚ ਇਸੇ ਕਰਕੇ ਕਹਿੰਦੇ ਨੇ, ਕਾਏ ਗਰਭ ਹੈ ਬਾਵਲੀ, ਜੈਸੇ ਭਾਦੋ ਖੂਹ ਬਰਾਜ ਤੂੰ ਤਿਸਦੇ ਖਰੀ ਉਤਾਵਲੀ। ਪਾਤਸ਼ਾਹ ਜੀ ਕਹਿੰਦੇ ਨੇ ਵੀ ਕਿਉਂ ਤੂੰ ਇੰਨਾ ਮਾਣ ਅਭਿਮਾਨ ਹੰਕਾਰ ਕਰਦੀ ਹੈ। ਜਿਵੇਂ ਭਾਦਰੋਂ ਦੇ ਮਹੀਨੇ ਵਿੱਚ ਖੁੰਭਾਂ ਉੱਠਦੀਆਂ ਨੇ ਨਾ ਧੁੱਪ ਦੀ ਤਪਸ਼ ਦੇ ਨਾਲ, ਛਤਰੀਆਂ ਜੀਆਂ ਬਣੀਆਂ ਹੁੰਦੀਆਂ ਨੇ ਤੇ ਫਿਰ ਹੁੰਦੀਆਂ ਵੀ ਬੜੀਆਂ ਕੋਮਲ ਜੀਆਂ ਤੇ ਬਹੁਤੀ ਦੇਰ ਰਹਿੰਦੀਆਂ ਵੀ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਵੀ ਜਿਵੇਂ ਭਾਦਰੋਂ ਦੇ ਮਹੀਨੇ ਵਿੱਚ ਖੁੰਭਾਂ ਉੱਠਦੀਆਂ ਨੇ ਨਾ ਗਰਮੈਸ਼ ਕਰਕੇ, ਉਦਾਂ ਹੀ ਤੂੰ ਹੰਕਾਰ ਦੀ ਤਪਸ਼ ਕਰਕੇ ਉਹਨਾਂ ਨਾਲ ਵੀ ਉਤਾਵਲਾ ਹੋ ਕੇ ਫਿਰਦਾ ਹੈ। ਕਿਉਂ ਇੰਨਾ ਅਭਿਮਾਨ ਹੰਕਾਰ ਕਰਦਾ? ਇਹ ਅਭਿਮਾਨ ਜਿਹੜਾ ਹੈ ਇਹ ਤਾਪ ਦੇ ਵਾਂਗੂ, ਹੰਕਾਰ ਜਿਹੜਾ ਤਪਸ਼ ਵਾਂਗੂ ਹੀ ਹੁੰਦਾ ਹੈ, ਜਿਹੜਾ ਬੰਦੇ ਦੇ ਮਨ ਨੂੰ ਹਰ ਵਕਤ ਤਪਾਈ ਰੱਖਦਾ ਹੈ। ਕਿਉਂਕਿ ਹੰਕਾਰੀ ਬੰਦਾ ਜ਼ਿਆਦਾ ਕ੍ਰੋਧੀ ਵੀ ਹੁੰਦਾ ਹੈ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਜਿਹੜੇ ਸਾਧੂਆਂ ਦੀ ਸੰਗਤ ਕਰਦੇ ਨੇ ਉਹਨਾਂ ਦੇ ਅੰਦਰ ਹਉਮੈ ਦਾ ਤਾਪ ਨਹੀਂ ਰਹਿੰਦਾ। ਸਾਧ ਕੈ ਸੰਗ ਤਜੈ ਸਭ ਆਪ। ਤਜੈ ਸਭ ਆਪ, ਤੁਲਾਵਾਂ ਨਾਲ ਉਚਾਰਨ ਕਰਨਾ। ਜਿਹੜੇ ਸਾਧੂਆਂ ਦੀ ਸੰਗਤ ਕਰਦੇ, ਆਪ ਦਾ ਭਾਵ ਦੇਹ ਅਧਿਆਸ, ਉਹ ਆਪਣਾ ਦੇਹ ਅਧਿਆਸ ਜਿਹੜਾ ਤਨ ਹੰਤਾ ਉਸ ਦਾ ਤਿਆਗ ਕਰ ਦਿੰਦੇ ਹਨ। ਆਪੇ ਜਾਣੈ ਸਾਧ ਵਡਾਈ। ਆਪੇ ਜਾਣੈ ਸਾਧ ਵਡਾਈ। ਸਾਧੂਆਂ ਦੀ ਵਡਿਆਈ ਨੂੰ ਪਰਮੇਸ਼ਰ ਅਕਾਲ ਪੁਰਖ ਜੀ ਆਪ ਹੀ ਜਾਣਦੇ ਹਨ। ਨਾਨਕ ਸਾਧ ਪ੍ਰਭੂ ਬਨ ਆਈ। ਨਾਨਕ ਤੇ ਜਮਕੀ ਦੇ ਕੇ ਸਾਧ ਪ੍ਰਭੂ ਬਨ ਆਈ। ਸਾਧ ਤੇ ਫਿਰ ਜਮਕੀ ਲਾ ਦੇਣੀ ਨਾਲ ਹੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਹੜੇ ਸਾਧੂ ਨੇ ਪ੍ਰਭੂ ਬਨ ਆਈ, ਉਹਨਾਂ ਦੀ ਪਰਮੇਸ਼ਰ ਨਾਲ ਪ੍ਰੀਤ ਬਣ ਆਈ ਹੈ। ਇਸ ਕਰਕੇ ਉਹਨਾਂ ਸਾਧੂਆਂ ਦੀ ਵਡਿਆਈ ਨੂੰ ਵਾਹਿਗੁਰੂ ਆਪ ਹੀ ਜਾਣਦੇ ਹਨ। ਸਾਧ ਕੈ ਸੰਗ ਨਾ ਕਬਹੂ ਧਾਵੈ। ਇੱਥੇ ਪਾਠ ਹੈ ਜੀ ਕਬਹੂ, ਬਿਨਾਂ ਟਿੱਪੀ ਤੋਂ ਪਾਠ ਹੈ, ਕਬਹੂ ਬੋਲਣਾ ਹੈ। ਸਾਧੂਆਂ ਦੀ ਸੰਗਤ ਕਰਨੇ ਕਰਕੇ ਇਹ ਜੀਵ ਕਦੇ ਵੀ ਮਾਇਆ ਤ੍ਰਿਸ਼ਨਾ ਪਿੱਛੇ ਨਹੀਂ ਦੌੜਦਾ। ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਸਦੀਵੀ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਸਾਧ ਸੰਗ ਬਸਤ ਅਗੋਚਰ ਲਹੈ। ਵਸਤ ਅਗੋਚਰ ਲਹੈ, ਜਿਹੜੀ ਵਸਤੂ ਅਗੋਚਰ ਇੰਦਰੀਆਂ ਤੋਂ ਪਰੇ ਹੈ, ਯਾਨੀ ਕਿ ਪ੍ਰਮਾਤਮਾ ਬ੍ਰਹਮ ਰੂਪੀ ਵਸਤੂ ਦੀ ਇਹ ਪ੍ਰਾਪਤੀ ਕਰਦਾ ਜਦੋਂ ਇਹ ਸਾਧੂਆਂ ਦੀ ਸੰਗਤ ਵਿੱਚ ਜੁੜ ਬਹਿੰਦਾ ਹੈ। ਸਾਧੂ ਕੈ ਸੰਗ ਅਜਰ ਸਹੈ। ਇਥੇ ਪਾਠ ਹੈ ਜੀ ਅਜਰ ਸਹੈ। ਅਜਰ ਪਾਠ ਕਰਨਾ ਹੈ। ਇਹ ਜਿਹੜਾ ਪਾਠ ਆਪਾਂ, ਅਜਰ ਦਾ ਭਾਵ ਹੁੰਦਾ ਹੈ ਜੀ ਜੋ ਨਾ ਜਰੇ ਜਾਣ ਵਾਲਾ ਹੋਵੇ, ਜਿਹਨੂੰ ਜਰ ਨਾ ਕੋਈ ਸਕਦਾ ਹੋਵੇ। ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵਿਕਾਰ ਨੇ, ਇਹ ਅਜਰ ਹਨ। ਇਹਨਾਂ ਨੂੰ ਜਰੇ ਨਹੀਂ ਜਾ ਸਕਦਾ। ਜਦੋਂ ਸਰੀਰ ਵਿੱਚ ਕ੍ਰੋਧ ਪੈਦਾ ਹੁੰਦਾ ਹੈ ਤੇ ਬੰਦਾ ਨੂੰ ਸਹਿ ਨਹੀਂ ਸਕਦਾ, ਫਿਰ ਉਹਨੂੰ ਪ੍ਰਗਟ ਕਰਦਾ, ਦੂਜਿਆਂ ਨਾਲ ਲੜਦਾ, ਲੜਾਈ ਕਰਦਾ ਹੈ ਜਦੋਂ ਕ੍ਰੋਧ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਇਹ ਪੰਜੇ ਵਿਕਾਰ ਹੀ ਇਸ ਤਰ੍ਹਾਂ ਦੇ ਹੁੰਦੇ ਨੇ। ਇਹਨਾਂ ਨੂੰ ਜਰਨਾ ਬੜਾ ਔਖਾ ਹੈ। ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ, ਨਾ ਜਰੇ ਜਾਣ ਵਾਲੇ ਵਿਕਾਰ ਜਿਹੜੇ ਹਨ ਉਹਨਾਂ ਨੂੰ ਵੀ ਇਹ ਸਹਿ ਲੈਂਦਾ ਹੈ। ਸਾਧ ਕੈ ਸੰਗ ਬਸੈ ਥਾਨ ਉੱਚੇ ਉੱਚੈ। ਸਾਧ ਕੈ ਸੰਗ ਬਸੈ ਥਾਨ ਊਚੈ। ਮਹਾਰਾਜ ਜੀ ਕਹਿੰਦੇ ਜੋ ਸਾਧੂਆਂ ਦੀ ਸੰਗਤ ਕਰਦਾ ਹੈ ਉੱਚੇ ਥਾਂ ਤੇ ਜਾ ਵਸਦਾ ਹੈ। ਉੱਚੇ ਥਾਂ ਤੋਂ ਮੁਰਾਦ ਹੈ ਵੀ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਵਾਹਿਗੁਰੂ ਵਿੱਚ ਹੀ ਜਾ ਕਰ ਅਭੇਦ ਹੋ ਜਾਂਦਾ ਹੈ। ਸਾਧੂ ਕੈ ਸੰਗ ਮਹਿਲ ਪਹੁੰਚੈ। ਇੱਥੇ ਪਾਠ ਹੈ ਜੀ ਮਹਿਲ ਪਹੁੰਚੈ।
ਪਹੁੰਚੈ ਉਚਾਰਨ ਕਰਨਾ, ਇਹਨੂੰ ਨਾ ਤਾਂ ਟਿੱਪੀ ਲਾਉਣੀ ਨਾ ਹੀ ਬਿੰਦੀ ਲਾਉਣੀ ਹੈ। ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ, ਮਹਿਲ ਨਾਮ ਹੁੰਦਾ ਸਰੂਪ ਦਾ, ਉਹ ਪਰਮੇਸ਼ਰ ਦੇ ਸਰੂਪ ਦੇ ਵਿੱਚ ਜਾ ਪਹੁੰਚਦਾ, ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਦ੍ਰਿੜੈ, ਇਹ ਦ੍ਰਿੜੈ ਉਚਾਰਨ ਕਰਨਾ, ਅੱਧਾ ਰਾਰਾ ਹੋਣੇ ਕਰਕੇ ਸਭ ਧਰਮ। ਸਾਧੂਆਂ ਦੀ ਸੰਗਤ ਕਰਕੇ ਇਹ ਜੀਵ ਸਾਰੇ ਧਰਮਾਂ ਨੂੰ ਅੰਦਰ ਦ੍ਰਿੜ ਕਰ ਲੈਂਦਾ ਹੈ। ਕਾਰਨ ਕਿਉਂਕਿ ਸਾਰੇ ਧਰਮਾਂ ਦਾ ਮੂਲ ਪਰਮੇਸ਼ਰ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ। ਉਹਨਾਂ ਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਂਦਾ ਹੈ। ਜਿਹਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਏ, ਉਹਦੇ ਹਿਰਦੇ ਵਿੱਚ ਸਾਰੇ ਧਰਮ ਹੀ ਦ੍ਰਿੜ ਹੋ ਜਾਂਦੇ ਨੇ, ਸਭ ਕੁਝ ਉਹਨਾਂ ਦੇ ਅੰਦਰ ਆ ਜਾਂਦਾ ਹੈ। ਇਸ ਕਰਕੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਸਾਰੇ ਧਰਮਾਂ ਵਿੱਚ ਨਾਮ ਜਪਣਾ ਹੀ ਸ੍ਰੇਸ਼ਟ ਧਰਮ ਹੈ, ਤੇ ਇਹ ਸ੍ਰੇਸ਼ਟ ਧਰਮ ਸਾਧੂਆਂ ਦੇ ਹਿਰਦੇ ਵਿੱਚ ਦ੍ਰਿੜ ਹੁੰਦਾ ਹੈ, ਤੇ ਜਿਹੜਾ ਉਹਨਾਂ ਦੀ ਸੰਗਤ ਕਰਦਾ, ਉਹਨਾਂ ਦੇ ਹਿਰਦੇ ਵਿੱਚ ਵੀ ਇਹ ਧਰਮ ਦ੍ਰਿੜ ਹੋ ਜਾਂਦਾ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧੂਆਂ ਦੀ ਸੰਗਤ ਕਰਕੇ ਜੀਵ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਰ ਨੂੰ ਹੀ ਫਿਰ ਜਾਣਦਾ ਹੈ। ਇਹਦੇ ਵਿੱਚੋਂ ਦਵੈਤ ਮਿਟ ਜਾਂਦੀ, ਦੂਜੇ ਤੀਜੇ ਦੀ ਪੂਜਾ ਛੱਡ ਕੇ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾਨੈ। ਇੱਕ ਪਰਮੇਸ਼ਰ ਜੀ ਤੋਂ ਬਿਨਾ ਹੋਰ ਕਿਸੇ ਦੂਸਰੇ ਨੂੰ ਆਪਣੇ ਮਨ ਵਿੱਚ ਨਹੀਂ ਲਿਆਂਦਾ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਮ ਨਿਧਾਨ ਧੱਦੇ ਨਾਲ, ਇਹ ਦੋ ਤਰ੍ਹਾਂ ਦੇ ਸ਼ਬਦ ਆਉਂਦੇ ਜੀ, ਇੱਕ ਦੱਦੇ ਨਾਲ ਆਉਂਦਾ, ਇੱਕ ਧੱਦੇ ਨਾਲ। ਨਿਦਾਨ ਤੇ ਨਿਧਾਨ, ਇਸ ਤਰ੍ਹਾਂ ਇਹਨਾਂ ਦੋਹਾਂ ਦਾ ਉਚਾਰਨ ਅਲੱਗ-ਅਲੱਗ ਕਰਨਾ ਵੀ ਜਿੱਥੇ ਵੀ ਸ਼ਬਦ ਆਉਣ ਇਹ ਆਪ ਆਪਾਂ ਧਿਆਨ ਰੱਖਣਾ ਹੈ। ਸਾਧੂਆਂ ਦੀ ਸੰਗਤ ਕਰਨੇ ਕਰਕੇ ਨਾਮ ਦਾ ਜਿਹੜਾ ਖਜ਼ਾਨਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸਾਧੂ ਕੈ ਕੁਰਬਾਨ, ਕੈ ਸ਼ਬਦ ਵੱਖਰਾ ਉਚਾਰਨ ਕਰਨਾ, ਸਾਧੂ ਕੈ ਕੁਰਬਾਨ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ, ਮੈਂ ਸਾਧੂਆਂ ਤੋਂ ਕੁਰਬਾਨ ਜਾਂਦਾ, ਵਾਰੇ-ਵਾਰੇ ਜਾਂਦਾ, ਜਿਨ੍ਹਾਂ ਦੀ ਸੰਗਤ ਕਰਕੇ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਕੈ ਸੰਗ, ਸਾਧੂਆਂ ਦੀ ਸੰਗਤ ਕਰਨੇ ਕਰਕੇ ਸਭ ਕੁੱਲ ਉਧਾਰ ਹੈ। ਇਹ ਜੀਵ ਆਪਣੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਰ ਲੈਂਦਾ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧ ਸੰਗ ਤੇ ਵਿਸ਼ਰਾਮ ਦੇ ਕੇ ਜੀ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧ ਸੰਗਤ ਕਰਕੇ ਜਿਹੜਾ ਜੀਵ ਆਪਣੇ ਸੱਜਣ ਮਿੱਤਰ ਕੁਟੰਬ ਨਾਮ ਪਰਿਵਾਰ ਦਾ, ਆਪਣੇ ਪਰਿਵਾਰ ਨੂੰ ਵੀ ਸੰਸਾਰ ਤੋਂ ਤਾਰ ਲੈਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਸੋ ਧਨ ਪਾਵੈ, ਇਹ ਸ਼ਬਦ ਨਾ ਨਖੇੜ ਕੇ ਵੱਖਰੇ ਵੱਖਰੇ ਪੜ੍ਹਨੇ ਨੇ। ਸੋ ਧਨ ਨਹੀਂ ਕਹਿਣਾ, ਸੋ ਹੋੜੇ ਨਾਲ ਧਨ ਪਾਵੈ। ਸਾਧੂਆਂ ਦੀ ਸੰਗਤ ਕਰਕੇ ਜਿਹੜਾ ਜੀਵ ਨਾਮ ਰੂਪੀ ਧਨ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਸ ਧਨ ਤੇ ਸਭ ਕੋ ਵਰਸਾਵੈ, ਜਿਸ ਧਨ ਤੇ, ਫਿਰ ਇਹ ਸਾਰੇ ਸ਼ਬਦ ਵੱਖਰੇ ਵੱਖਰੇ ਨੇ। ਸਭ ਕੋ ਵਰਸਾਵੈ, ਜਿਸ ਧਨ ਤੋਂ ਫਿਰ ਉਹ ਜਿਹੜਾ ਅੱਗੇ ਗੁਰਮੁਖ ਸਾਰਿਆਂ ਨੂੰ ਅੱਗੋਂ ਵਰਸੋ ਦਿੰਦਾ ਹੈ। ਯਾਨੀ ਕਿ ਆਪ ਨਾਮ ਜਪਦਾ ਤੇ ਦੂਜਿਆਂ ਨੂੰ ਵੀ ਉਹ ਨਾਮ ਜਪਾਉਣ ਲੱਗ ਪੈਂਦਾ ਹੈ। ਆਪ ਤਰ ਜਾਂਦਾ ਤੇ ਨਾਮ ਜਪਾ ਕੇ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਇੱਥੇ ਪਾਠ ਹੈ ਜੀ ਧਰਮ ਰਾਏ ਕਰੇ ਸੇਵਾ। ਇਸ ਤਰ੍ਹਾਂ ਉਚਾਰਨ ਕਰਨਾ। ਸਾਧੂਆਂ ਦੀ ਸੰਗਤ ਕਰਕੇ ਇਤਨੀ ਵਡਿਆਈ ਮਿਲ ਜਾਂਦੀ ਹੈ ਕਿ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਵੀ ਜਦੋਂ ਜਾਈਏ ਤੇ ਧਰਮਰਾਜ ਵੀ ਫਿਰ ਸੰਗਤ ਕਰਨ ਵਾਲਿਆਂ ਦੀ ਸੇਵਾ ਕਰਦਾ ਹੈ। ਸਾਧ ਕੈ ਸੰਗ ਸੋਭਾ ਸੁਰ ਦੇਵਾ, ਸੋਭਾ ਸੁਰ ਦੇਵਾ, ਸੁਰ ਦੇਵਾ ਪਾਠ ਇਕੱਠਾ ਕਰਨਾ ਹੈ। ਜਿਹੜਾ ਸੰਗਤ ਕਰਦਾ ਸਾਧੂਆਂ ਦੀ ਗੁਰਮੁਖਾਂ ਦੀ, ਉਹਨਾਂ ਦੀ ਸ਼ੋਭਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸੁਰ ਦੇਵਤੇ ਦੀ ਸ਼ੋਭਾ ਹੁੰਦੀ ਹੈ। ਜਿਵੇਂ ਦੇਵਤੇ ਦੀ ਵਡਿਆਈ ਹੁੰਦੀ ਹੈ ਨਾ, ਲੋਕ ਉਹਨੂੰ ਪੂਜਦੇ ਨੇ, ਇਸੇ ਪ੍ਰਕਾਰ ਸਾਧੂਆਂ ਦੀ ਸੰਗਤ ਕਰਨੇ ਕਰਕੇ ਦੇਵਤਾ ਹੀ ਬਣ ਜਾਈਦਾ ਹੈ। ਆਪਾਂ ਬਚਨ ਪੜ੍ਹਦੇ ਹਾਂ ਜੀ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ।
ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਸਿੱਖਾਂ ਨੂੰ ਦੇਵਤਾ ਬਣਾ ਦਿੱਤਾ। ਇੱਕ ਸਿੰਘ ਦਾਸ ਦਾ ਮਿੱਤਰ, ਉਹ ਟੈਕਸੀ ਚਲਾਉਂਦਾ ਸੀ ਵੈਨਕੂਵਰ ਦੇ ਅੰਦਰ। ਉਹਨੇ ਆਪਣੀ ਘਟਨਾ ਸੁਣਾਈ ਇੱਕ ਵਾਰੀ, ਤੇ ਕਿਸੇ ਗੋਰੇ ਨੂੰ ਲੈ ਕੇ ਜਾਂਦਾ ਸੀ। ਉਹ ਪੁੱਛਣ ਲੱਗ ਪਿਆ ਵੀ ਮੈਂ ਤੈਨੂੰ ਵੇਖਿਆ ਵੀ ਤੂੰ ਦਸਤਾਰ ਟਰਬਨ ਬੰਨੀ ਹੋਈ, ਵੀ ਤੇਰੇ ਮੂੰਹ ਤੇ ਦਾੜੀ ਹੈ, ਤੁਸੀਂ ਕੇਸ ਰੱਖੇ ਹੋਏ ਨੇ, ਵੀ ਚਲੋ ਮੈਨੂੰ ਆਪਣੇ ਧਰਮ ਬਾਰੇ ਦੱਸੋ ਵੀ ਤੁਸੀਂ ਕੀ ਕਰਦੇ ਹੋ। ਉਹ ਸਿੰਘ ਨੇ ਦੱਸਿਆ ਵੀ ਅਸੀਂ ਅੰਮ੍ਰਿਤਪਾਨ ਕੀਤਾ ਹੋਇਆ ਖੰਡੇ ਬਾਟੇ ਦਾ, ਤੇ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਅਸੀਂ ਸ਼ਰਾਬ ਨਹੀਂ ਪੀਂਦੇ। ਇਸੇ ਪ੍ਰਕਾਰ ਜਿਹੜੇ ਮਾੜੇ ਕਰਮ, ਅਸੀਂ ਉਹ ਮਾੜੇ ਕਰਮ ਨਹੀਂ ਕਰਦੇ, ਤੇ ਅਸੀਂ ਜਾ ਕੇ ਪੱਬਾਂ ਕਲੱਬਾਂ ਦੇ ਵਿੱਚ ਨਹੀਂ ਪੈਂਦੇ, ਤੰਬਾਕੂ ਨਹੀਂ ਖਾਂਦੇ, ਤੇ ਸਤਿਗੁਰਾਂ ਦਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨੂੰ ਯਾਦ ਕਰਨਾ, ਸੰਧਿਆ ਵਕਤ ਬਾਣੀ ਪੜ੍ਹਨੀ ਹੈ, ਦੂਜਿਆਂ ਦਾ ਭਲਾ ਕਰਨਾ ਹੈ। ਇਹੋ ਜਿਹੇ ਕਰਮ ਗੁਰੂ ਸਾਹਿਬ ਜੀ ਨੇ ਕਰਨ ਦੀ ਸਾਨੂੰ ਆਗਿਆ ਦਿੱਤੀ ਹੈ। ਇਹ ਬਚਨ ਸੁਣ ਕੇ ਨਾ ਜੀ ਉਹਨੇ, ਕਿਉਂਕਿ ਉਹਨਾਂ ਦੀ ਚਰਚਾ ਕਾਫੀ ਲੰਬੀ ਹੋਈ ਸੀ, ਮੈਂ ਕੇਵਲ ਕੁਝ ਕੀ ਹਿੰਟ ਤੁਹਾਨੂੰ ਦਿੱਤੇ ਨੇ, ਵੀ ਉਹਨੇ ਸਾਰੀਆਂ ਗੱਲਾਂ ਗਣਾਈਆਂ। ਉਹ ਸੁਣ ਕੇ ਜੀ ਉਹ ਕਹਿੰਦਾ ਵੀ ਮੈਂ ਬਾਈਬਲ ਵਿੱਚ ਪੜ੍ਹਿਆ ਵੀ ਫਰਿਸ਼ਤੇ ਹੁੰਦੇ ਨੇ, ਆਪਾਂ ਦੇਵਤੇ ਕਹਿ ਦਿੰਦੇ ਹਾਂ, ਉਹ ਫਰਿਸ਼ਤੇ ਕਹਿੰਦੇ, ਵੀ ਮੈਂ ਸੁਣਿਆ ਵੀ ਫਰਿਸ਼ਤੇ ਹੁੰਦੇ ਨੇ, ਵੀ ਆਕਾਸ਼ ਵਿੱਚ ਰਹਿੰਦੇ ਨੇ। ਕਹਿੰਦਾ ਮਿਸਟਰ ਸਿੰਘ, ਮੈਂ ਤੇਰੀਆਂ ਗੱਲਾਂ ਸੁਣ ਕੇ ਇਹ ਅੰਦਾਜ਼ਾ ਲਾਇਆ ਹੈ, ਜਿਹੜੇ ਫਰਿਸ਼ਤੇ ਤਾਂ ਮੈਂ ਪੜ੍ਹੇ ਨੇ ਉਹ ਬਾਈਬਲ ਵਿੱਚ ਨੇ, ਪਰ ਮੈਂ ਵੇਖੇ ਕੋਈ ਨਹੀਂ, ਪਰ ਤੈਨੂੰ ਵੇਖ ਕੇ ਲੱਗਦਾ ਹੈ ਕਿ ਸਿੱਖ ਧਰਤੀ ਉੱਪਰ ਫਰਿਸ਼ਤੇ ਹੀ ਨੇ, ਵੀ ਤੁਹਾਡਾ ਇਹੋ ਜਿਹਾ ਜੀਵਨ। ਉਹ ਹੈਰਾਨ ਹੋ ਗਿਆ ਵੀ ਤੁਸੀਂ ਵੀ ਡਰਿੰਕ ਨਹੀਂ ਕਰਦੇ, ਕਿਉਂਕਿ ਆਮ ਚੀਜ਼ਾਂ ਨੇ ਉੱਥੇ ਸਾਰੇ ਹੀ ਕਰਦੇ ਨੇ, ਸਾਰੇ ਪੀਂਦੇ ਨੇ, ਬੀਅਰ ਪੀ ਲਈ, ਸ਼ਰਾਬ ਪੀ ਲਈ, ਤੰਬਾਕੂ ਖਾਣਾ ਜਾਂ ਇਦਾਂ ਦੇ ਕੰਮ ਕਰਨੇ, ਪੱਬਾਂ ਕਲੱਬਾਂ ਦੇ ਵਿੱਚ ਜਾਣਾ। ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਤੁਸੀਂ ਇਸ ਪਾਸੇ ਨਹੀਂ ਜਾਂਦੇ। ਮੈਂ ਫਰਿਸ਼ਤੇ ਸੁਣੇ ਸਨ, ਪਰ ਤੈਨੂੰ ਵੇਖ ਕੇ ਲੱਗਿਆ ਵੀ ਫਰਿਸ਼ਤਾ ਧਰਤੀ ਉੱਤੇ ਫਿਰਦਾ ਹੈ। ਵੇਖੋ ਇੰਨਾ ਮਾਣ, ਇਤਨਾ ਸਤਿਕਾਰ ਸਤਿਗੁਰਾਂ ਨੇ ਸਾਨੂੰ ਇਸ ਜਗਤ ਅੰਦਰ ਬਖਸ਼ਿਆ ਹੈ, ਪਰ ਇਸ ਦੇ ਯੋਗ ਅਸੀਂ ਉਦੋਂ ਹੀ ਬਣਾਂਗੇ ਜਦੋਂ ਅਸੀਂ ਸੰਗਤ ਕਰਕੇ ਵਾਕਿਆ ਹੀ ਆਪਣਾ ਮਨ ਅੰਦਰੋਂ ਨਿਰਮਲ ਪਵਿੱਤਰ ਕਰ ਲਵਾਂਗੇ ਫਰਿਸ਼ਤਿਆਂ ਦੇ ਵਾਂਗੂ। ਇਸ ਕਰਕੇ ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ, ਉਹਦੀ ਜਿਹੜੀ ਸ਼ੋਭਾ ਹੈ ਉਹ ਫਰਿਸ਼ਤਿਆਂ ਵਰਗੀ, ਦੇਵਤਿਆਂ ਵਰਗੀ ਹੋ ਜਾਂਦੀ, ਭਾਵ ਦੇਵਤੇ ਦੇ ਵਾਂਗੂ ਪੂਜਣ ਯੋਗ ਹੋ ਜਾਂਦੇ ਹਨ। ਸਾਧੂ ਕੈ ਸੰਗ ਪਾਪ ਪਲਾਇਨ। ਇਹ ਪਾਠ ਹੈ ਜੀ ਪਲਾਇਨ, ਇਸ ਤਰ੍ਹਾਂ ਉਚਾਰਨ ਕਰਨਾ। ਸਾਧੂਆਂ ਦੀ ਸੰਗਤ ਕਰਨ ਨਾਲ ਜੀਵ ਦੇ ਕੀਤੇ ਸਾਰੇ ਪਾਪ ਦੌੜ ਜਾਂਦੇ, ਭਾਵ ਨਾਸ਼ ਹੋ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਅੰਮ੍ਰਿਤ ਇਸ ਤਰ੍ਹਾਂ ਉਚਾਰਨ ਕਰਨਾ, ਗੁਣ ਗਾਇਨ। ਸੋ ਗੱਗੇ ਨੂੰ ਕੰਨਾਂ ਤੇ ਈੜੀ ਨੂੰ ਸਿਹਾਰੀ ਹੋਣੇ ਕਰਕੇ ਗਾਇਨ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਜੀਵ ਪਰਮੇਸ਼ਰ ਦੇ ਅੰਮ੍ਰਿਤ ਗੁਣਾਂ ਨੂੰ ਉਚਾਰਨ ਕਰਦਾ ਹੈ। ਸਾਧ ਕੈ ਸੰਗ ਸਰਬ ਥਾਨ ਗਮ। ਇਹ ਪਾਠ ਹੈ ਜੀ ਸਰਬ, ਇਹਨੂੰ ਸਰਬ ਨਹੀਂ ਕਹਿਣਾ, ਅੱਧਾ ਰਾਰਾ ਹੈ, ਪੂਰਾ ਰਾਰਾ ਹੋਵੇ ਤੇ ਸਰਬ ਹੈ, ਅੱਧਾ ਰਾਰਾ ਹੋਵੇ ਤੇ ਸਰਬ ਪਾਠ ਹੈ। ਸਤਿਗੁਰ ਜੀ ਕਹਿੰਦੇ ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ, ਉਹਦੀ ਸਾਰੀਆਂ ਥਾਵਾਂ ਤੇ ਗਮਤਾ ਹੋ ਜਾਂਦੀ ਹੈ, ਭਾਵ ਕਿ ਸੰਗਤ ਕਰਦਿਆਂ ਕਰਦਿਆਂ ਇਤਨੀ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ, ਜਿੱਥੇ ਚਾਹਣ ਉੱਥੇ ਉਹ ਜਾ ਸਕਦੇ ਹਨ। ਨਾਨਕ ਸਾਧ ਕੈ ਸੰਗ ਸਫਲ ਜਨਮ। ਇਹ ਪਾਠ ਹੈ ਜੀ ਜਨਮ, ਇਹਨੂੰ ਜਨਮ ਨਹੀਂ ਕਹਿਣਾ, ਨੰਨੇ ਤੇ ਟਿੱਪੀ ਹੋਣੇ ਕਰਕੇ ਜਨਮ ਪਾਠ ਬਣਦਾ। ਸਾਧੂਆਂ ਦੀ ਸੰਗਤ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਜੀਵ ਦਾ ਜਨਮ ਸਫਲਾ ਹੋ ਜਾਂਦਾ ਹੈ। ਸਾਧ ਕੈ ਸੰਗ ਨਹੀਂ ਕਛ ਕਾਲ। ਪਾਠ ਹੈ ਜੀ ਕੱਛ, ਫਿਰ ਪਾਠ ਹੈ ਘਾਲ। ਇਹਨੂੰ ਘਾਲ ਵੀ ਉਚਾਰਨ ਕੀਤਾ ਜਾਂਦਾ ਹੈ, ਪਰ ਸੰਪਰਦਾਵਾਂ ਵਿੱਚ ਪਾਠ ਘਾਲ ਵੀ ਉਚਾਰਨ ਕੀਤਾ ਜਾਂਦਾ, ਵੀ ਘਾਲਣਾ ਘਾਲਣੀ, ਇਹ ਸ਼ਬਦ ਇਸ ਤਰ੍ਹਾਂ ਵੀ ਬੋਲਿਆ ਜਾਂਦਾ ਹੈ। ਸਾਧੂਆਂ ਦੀ ਸੰਗਤ ਕਰਕੇ ਇਸ ਜੀਵ ਨੂੰ ਕੋਈ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ, ਭਾਵ ਬਹੁਤੇ ਜਪ ਤਪ ਵਰਤ ਨੇਮ ਆਦਿਕ ਅਜਿਹੇ ਕਰਮ ਜਿਹੜੇ ਹਨ ਇਹਨੂੰ ਨਹੀਂ ਕਰਨੇ ਪੈਂਦੇ। ਦਰਸ਼ਨ ਭੇਟਤ ਹੋਤ ਨਿਹਾਲ। ਸਤਿਗੁਰੂ ਕਹਿੰਦੇ ਦਰਸ਼ਨ, ਦਰਸ਼ਨ ਨਹੀਂ ਕਹਿਣਾ, ਬਿਨਾਂ ਬਿੰਦੀ ਤੋਂ ਦਰਸ਼ਨ ਭੇਟਤ ਹੋਤ ਨਿਹਾਲ।
ਸਾਧੂਆਂ ਦੇ ਦਰਸ਼ਨ ਪ੍ਰਾਪਤ ਕਰਦਿਆਂ ਹੀ ਇਹ ਜਿਹੜਾ ਜੀਵ ਨਿਹਾਲ ਹੋ ਜਾਂਦਾ ਹੈ। ਸਾਧ ਕੈ ਸੰਗ ਕਲੂਖਤ ਹਰੈ। ਕਲੂਖਤ ਹਰੈ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਸਾਧ ਸੰਗ ਕਰਕੇ ਮਨੁੱਖ ਦੇ ਅੰਦਰੋਂ ਜਿਹੜੀ ਪਾਪ ਦੀ ਕਾਲਕ ਲੱਗੀ ਹੈ, ਕਲਯੁਗ ਦੇ ਜਿਹੜੇ ਪਾਪ ਕਾਲਕ ਰੂਪ ਹੋ ਕਰਕੇ ਵਿਆਪੇ ਨੇ, ਇਹ ਅੰਦਰੋਂ ਨਾਸ਼ ਹੋ ਜਾਂਦੇ ਹਨ। ਸਾਧ ਕੈ ਸੰਗ ਨਰਕ ਪਰ ਹਰੈ। ਨਰਕ ਪਰ ਹਰੈ, ਇਕੱਠਾ ਉਚਾਰਨ ਕਰਨਾ ਹੈ, ਪਰ ਹਰੈ ਪਾਠ। ਸਾਧ ਸੰਗਤ ਕਰਨ ਨਾਲ ਜਿਹੜਾ ਨਰਕਾਂ ਦਾ ਦੁੱਖ ਹੈ ਉਹ ਵੀ ਨਾਸ਼ ਹੋ ਜਾਂਦਾ ਹੈ। ਸਾਧ ਕੈ ਸੰਗ ਈਹਾ ਊਹਾ ਸੁਹੇਲਾ। ਇਹ ਜਿਹੜੇ ਦੋ ਪਾਠ ਨੇ ਜੀ, ਈਹਾ ਊਹਾ ਬਿਨਾਂ ਬਿੰਦੀ ਤੋਂ ਉਚਾਰਨੇ ਨੇ, ਬਿੰਦੀ ਨਹੀਂ ਲਾਉਣੀ। ਫਿਰ ਸੋਹੇਲਾ, ਇਸ ਤਰ੍ਹਾਂ ਉਚਾਰਨ ਕਰਨਾ। ਸਾਧ ਸੰਗਤ ਕਰਨੇ ਕਰਕੇ ਇਸ ਲੋਕ ਅੰਦਰ ਵੀ ਜੀਵ ਸੁਖੀ ਰਹਿੰਦਾ ਹੈ ਤੇ ਅੱਗੇ ਦਰਗਾਹ ਦੇ ਵਿੱਚ ਜਾ ਕੇ ਵੀ ਸੁਖੀ ਵਸਦਾ ਹੈ। ਸਾਧ ਸੰਗ ਵਿਛੁਰਤ ਹਰ ਮੇਲਾ। ਸਾਧ ਸੰਗ ਜਮਕੀ ਦੇ ਕੇ ਫਿਰ ਵਿਛੁਰਤ, ਫਿਰ ਇੱਥੇ ਰੁਕ ਕੇ ਹਰ ਮੇਲਾ। ਸਾਧੂਆਂ ਦੀ ਸੰਗਤ ਕਰਨੇ ਕਰਕੇ ਇਹ ਜੋ ਜੀਵ ਹਰੀ ਨਾਲੋਂ ਵਿਛੜਿਆ ਹੋਇਆ ਹੈ, ਪਾਤਸ਼ਾਹ ਜੀ ਕਹਿੰਦੇ ਉਹ ਹਰੀ ਨੂੰ ਜਾ ਮਿਲਦਾ ਹੈ, ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਜੋ ਇੱਛਾ ਸੋਈ ਫਲ ਪਾਵੈ। ਇੱਛਾ ਤੇ ਵਿਸ਼ਰਾਮ ਲਾ ਲੈਣਾ। ਜੋ ਇੱਛਾ ਸੋਈ ਫਲ ਪਾਵੈ, ਜੋ ਇਹ ਜੀਵ ਇੱਛਦਾ ਹੈ ਉਹੀ ਫਲ ਸਾਧ ਸੰਗਤ ਕਰਕੇ ਇਹ ਪ੍ਰਾਪਤ ਕਰ ਲੈਂਦਾ ਹੈ। ਸਾਧ ਕੈ ਸੰਗ ਨਾ ਬਿਰਥਾ ਜਾਵੈ। ਸਾਧ ਕੈ ਸੰਗ ਨਾ ਬਿਰਥਾ ਜਾਵੈ, ਸਾਧੂਆਂ ਦੀ ਸੰਗਤ ਕਰਕੇ ਇਹ ਜੀਵ ਬਿਰਥ ਨਹੀਂ ਜਾਂਦਾ, ਭਾਵ ਖਾਲੀ ਨਹੀਂ ਜਾਂਦਾ। ਜਦੋਂ ਸੰਗਤ ਕਰਦਾ ਸਾਧੂਆਂ ਦੀ ਜੋ ਚਾਹੇ ਫਿਰ ਇਹਨੂੰ ਪ੍ਰਾਪਤ ਹੋ ਜਾਂਦਾ ਹੈ। ਪਾਰ ਬ੍ਰਹਮ ਸਾਧ ਰਿਦ ਬਸੈ। ਪਾਰ ਬ੍ਰਹਮ ਤੇ ਵਿਸ਼ਰਾਮ ਲਾ ਲਓ। ਸਾਧ ਰਿਦ ਬਸੈ, ਪਾਰ ਬ੍ਰਹਮ ਪਰਮੇਸ਼ਰ ਕਿੱਥੇ ਰਹਿੰਦਾ ਹੈ? ਪਾਤਸ਼ਾਹ ਕਹਿੰਦੇ ਜੀ ਸਾਧੂਆਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ। ਨਾਨਕ ਉਦਰੈ ਸਾਧ ਸੁਨ ਰਸੈ। ਨਾਨਕ ਸ਼ਬਦ ਤੇ ਜਮਕੀ ਦੇ ਕੇ ਉਦਰੈ ਸਾਧ ਸੁਨ ਰਸੈ, ਜਿਹੜਾ ਸਾਧੂਆਂ ਦੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਸੁਣ ਕੇ, ਰਸੈ ਦਾ ਭਾਵ ਹੈ ਵੀ ਨਾਮ 'ਚ ਤਦਾਕਾਰ ਹੋ ਜਾਂਦਾ ਹੈ। ਜਿਹਦੀ ਲਿਵ ਨਾਮ 'ਚ ਜੁੜ ਜਾਂਦੀ ਹੈ ਫਿਰ ਉਧਰ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਸਾਧ ਕੈ ਸੰਗ ਸੁਨੋ ਹਰ ਨਾਉ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਸਾਧੂਆਂ ਦੀ ਸੰਗਤ ਕਰਕੇ ਸੁਨਾਓ। ਇਹ ਸੁਨਾਓ ਪਾਠ ਉਚਾਰਨ ਕਰਨਾ ਹਰ ਨਾਉ, ਹਰੀ ਦਾ ਨਾਮ ਭਾਈ ਸੁਨਣਾ ਕਰੋ। ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਸੰਗ, ਹੁਣ ਇੱਥੇ ਪਾਠ ਵੱਖਰਾ ਹੈ। ਪੋਥੀ ਸਾਹਿਬ ਦੇ ਦਰਸ਼ਨ ਕਰੋਗੇ ਪਾਠ ਤੁਹਾਨੂੰ ਲਿਖਿਆ ਵੱਖਰਾ ਹੀ ਨਜ਼ਰ ਆਵੇਗਾ। ਸਾਧ ਸੰਗ ਹਰ ਕੇ ਗੁਣ ਗਾਓ। ਪਹਿਲਾ ਸਾਧ ਸੰਗ ਪਾਠ ਇਕੱਠਾ ਹੁੰਦਾ ਸੀ, ਹੁਣ ਅਲੱਗ ਆ ਗਿਆ। ਸਾਧੂਆਂ ਦੀ ਸੰਗਤ ਕਰਕੇ ਹਰੀ ਦੇ ਗੁਣ ਗਾਇਨ ਕਰੋ। ਵੀ ਜਦੋਂ ਸਾਧੂ ਦੀ ਸੰਗਤ ਮਿਲੇ ਨਾ, ਪਰਮੇਸ਼ਰ ਦੇ ਗੁਣ ਗਾਇਨ ਕਰਨੇ ਚਾਹੀਦੇ ਨੇ, ਵਾਹਿਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਸਾਧੂਆਂ ਦੀ ਸੰਗਤ ਵਿੱਚ। ਇਹ ਨਹੀਂ ਵੀ ਸਾਧੂ ਆ ਗਿਆ ਵੀ ਫਿਰ ਦੁਨਿਆਵੀ ਦੁੱਖ ਸੁਣਾਣੇ ਸ਼ੁਰੂ ਕਰ ਦਿੱਤੇ, ਬਾਬਾ ਜੀ ਮੈਨੂੰ ਇਹ ਹੋ ਗਿਆ, ਮੈਨੂੰ ਇਹ ਹੋ ਗਿਆ। ਵੀ ਜਿਹੜਾ ਸਾਧੂ ਹੈ ਉਹਦੇ ਪਾਸ ਜਾ ਕੇ ਨਾਮ ਦੀ ਦਾਤ ਹੀ ਮੰਗਣੀ ਚਾਹੀਦੀ, ਨਾਮ ਹੀ ਜਪਣਾ ਚਾਹੀਦਾ ਹੈ। ਅੱਜ ਵੀ ਕੁਝ ਇਹੋ ਜਿਹੇ ਮਹਾਂਪੁਰਸ਼ ਹਨ ਜਗਤ ਅੰਦਰ ਜਿਹੜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਦੂਜੀ ਬਾਤ ਹੀ ਨਹੀਂ ਕਰਦੇ। ਜੈਸੇ ਮਹਾਂਪੁਰਸ਼ ਨੇ, ਕਈ ਸਾਧੂਆਂ ਨੇ, ਕਈ ਗੁਰਮੁਖਾਂ ਨੇ ਦਰਸ਼ਨ ਕੀਤੇ ਉਹਨਾਂ ਦੇ। ਕਾਲੇ ਚੋਲੇ ਵਾਲੇ ਮਹਾਂਪੁਰਸ਼ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਬੋਲਦੇ ਹੀ ਨਹੀਂ ਕਿਸੇ ਨਾਲ, ਨਾਮ ਤੋਂ ਬਿਨਾਂ ਕੋਈ ਬਚਨ ਹੀ ਨਹੀਂ ਕਰਦੇ। ਸਾਈਂ ਮੀਆਂ ਮੀਰ ਜੀ, ਉਹਨਾਂ ਦੇ ਜੀਵਨ ਵਿੱਚ ਇੱਕ ਛੋਟਾ ਜਿਹਾ ਪ੍ਰਸੰਗ ਪੜਿਆ ਵੀ ਇੱਕ ਰਾਜਾ ਮਿਲਣ ਵਾਸਤੇ ਆ ਗਿਆ। ਜਦੋਂ ਬਾਦਸ਼ਾਹ ਮਿਲਣ ਵਾਸਤੇ ਆਇਆ ਤੇ ਕਹਿੰਦੇ ਬਾਹਰ ਹੀ ਲਿਖ ਕੇ ਲਾਇਆ ਹੋਇਆ ਸੀ ਉਹਨਾਂ ਨੇ ਵੀ ਜਿਹਨੇ ਤਾਂ ਭਾਈ ਪਰਮੇਸ਼ਰ ਦੀ ਗੱਲ ਕਰਨੀ ਉਹ ਆ ਜਾਓ, ਬਾਕੀ ਰਹਿਣ ਦਿਓ। ਤੇ ਆ ਕੇ ਜਦੋਂ ਸੇਵਕਾਂ ਨੇ ਆਖਿਆ ਸਾਈਂ ਜੀ ਬਾਦਸ਼ਾਹ ਮਿਲਣ ਆਇਆ, ਕਹਿੰਦੇ ਬਾਦਸ਼ਾਹ ਨੂੰ ਕਹਿ ਦਿਓ ਵੀ ਜੇ ਤਾਂ ਖੁਦਾ ਦੀ ਗੱਲ ਕਰਨੀ ਫੇਰ ਆ ਜਾ,
ਤੇ ਜੇ ਸੰਸਾਰੀ ਗੱਲ ਕਰਨੀ ਹੈ ਫਿਰ ਨਾ ਸਾਡੇ ਕੋਲ ਆਈ, ਸਾਡੇ ਕੋਲ ਸਮਾਂ ਹੀ ਕੋਈ ਨਹੀਂ। ਪ੍ਰਭੂ ਦੇ ਪਿਆਰਿਆਂ ਕੋਲ ਸਮਾਂ ਹੀ ਨਹੀਂ ਹੁੰਦਾ ਦੁਨਿਆਵੀ ਗੱਲਾਂ ਕਰਨ ਦਾ, ਤੇ ਜਿਹੜਾ ਦੁਨਿਆਵੀ ਗੱਲਾਂ ਕਰਦਾ ਫਿਰ ਉਹ ਸਾਧੂ ਕੋਈ ਨਹੀਂ ਹੁੰਦਾ। ਜਿਹੜਾ ਗੱਲਾਂ ਹੀ ਦੁਨਿਆਵੀ ਕਰਦਾ, ਕਰਮ ਹੀ ਦੁਨਿਆਵੀ ਕਰ ਰਿਹਾ, ਉਹ ਸਾਧੂ ਕਾਹਦਾ? ਸਾਧੂ ਜਿਹੜਾ ਉਹ ਤਾਂ ਅੱਠੇ ਪਹਿਰ ਹੀ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ। ਤੇ ਕਬੀਰ ਸਾਹਿਬ ਜੀ ਤਾਂ ਕਹਿੰਦੇ ਜਬ ਲਗ ਤਾਗਾ ਬਾਹੋ ਦੇਹੀ ਤਬ ਲਗ ਬਿਸਰਹਿ ਰਾਮ ਸਨੇਹੀ। ਜਿਵੇਂ ਸੂਈ 'ਚ ਧਾਗਾ ਪਾਉਂਦੇ ਨਾ, ਨਲਕੀ ਜੀ ਹੁੰਦੀ ਸੀ ਤੇ ਮੂੰਹ ਦੇ ਵਿੱਚ ਪਾ ਕੇ ਧਾਗਾ ਖਿੱਚਣਾ ਪੈਂਦਾ ਸੀ। ਕਹਿੰਦੇ ਜਿੰਨੀ ਦੇਰ ਤੱਕ ਉਹ ਨਲਕੀ ਵਿੱਚ ਧਾਗਾ ਪਾ ਕੇ ਮੂੰਹ ਨਾਲ ਖਿੱਚਦਾ ਤੇ ਮੈਨੂੰ ਰੱਬ ਵਿਸਰ ਜਾਂਦਾ, ਮੈਂ ਕੰਮ ਹੀ ਛੱਡਦਾ, ਵੀ ਕਰਨਾ ਹੀ ਨਹੀਂ। ਵੀ ਇੰਨਾ ਕੁ ਸਮਾਂ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭਗਤ ਨਹੀਂ ਵਿਸਾਰਨਾ ਚਾਹੁੰਦੇ। ਤੇ ਜਿਹੜੇ ਫਿਰ ਦੁਨਿਆਵੀ ਗੱਲਾਂ ਦੇ ਵਿੱਚ ਖਚਤ ਰਹਿੰਦੇ ਨੇ ਤੇ ਨਾਮ ਸਾਧੂ, ਖਿਮਾ ਕਰਿਓ, ਫਿਰ ਉਹ ਸਾਧੂ ਨਹੀਂ ਹੋ ਸਕਦੇ। ਦੁਨਿਆਵੀ ਪੁਰਸ਼ ਜ਼ਰੂਰ ਹੋ ਸਕਦੇ ਨੇ। ਸਾਧੂਆਂ ਦਾ ਕਰਮ ਹੀ ਨਾਮ ਜਪਣਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੋ ਸੇਈ ਨਾਨਕਾ, ਧਨ ਸੋ ਸੇਈ ਨਾਨਕਾ ਪੂਰਨ ਸੋਈ ਸੰਤ। ਉਹੀ ਪੂਰਨ ਸੰਤ ਹੈ, ਧੰਤਾ ਦੇ ਯੋਗ ਹੈ। ਪਾਤਸ਼ਾਹ ਜੀ ਕਹਿੰਦੇ ਜਿਹਨੂੰ ਸਵਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ। ਇਸ ਕਰਕੇ ਜਿਹੜੇ ਸਾਧੂ ਜਨ ਨੇ, ਜਦੋਂ ਵੀ ਕਿਸੇ ਪਿਆਰੇ ਦੀ ਸੰਗਤ ਪ੍ਰਾਪਤ ਹੋਵੇ, ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਸੁਣੋ। ਸਾਧ ਸੰਗ ਹਰ ਕੇ ਗੁਣ ਗਾਓ, ਸਾਧੂ ਦੀ ਸੰਗਤ ਕਰਕੇ ਹਰੀ ਦੇ ਗੁਣਾਂ ਨੂੰ ਭਾਈ ਗਾਇਨ ਕਰੋ। ਸਾਧ ਕੈ ਸੰਗ ਨਾ ਮਨ ਤੇ ਬਿਸਰੈ। ਇਥੇ ਪਾਠ ਹੈ ਜੀ, ਨਾ ਨੰਨਾ ਮੁਕਤਾ ਹੋਣੇ ਕਰਕੇ ਨਾ ਮਨ ਤੇ ਬਿਸਰੈ। ਸਾਧੂ ਦੀ ਸੰਗਤ ਕਰਕੇ ਪਰਮੇਸ਼ਰ ਮਨ ਵਿੱਚੋਂ ਨਹੀਂ ਵਿਸਰਦਾ। ਸਾਧ ਸੰਗ ਸਰ ਪਰ ਨਿਸਤਰੈ। ਸਾਧ ਸੰਗ ਸਾਧੂ ਦੀ ਸੰਗਤ ਕਰਕੇ ਸਰ ਪਰ ਨਿਸਤਰੈ। ਸਰ ਪਰ ਦਾ ਭਾਵ ਹੈ ਜੀ ਨਿਸ਼ਚੇ ਨਾਲ ਇਹ ਜੀਵ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਮਹਾਂਪੁਰਸ਼ਾਂ ਨੇ ਗਣਕਾਂ ਨੂੰ ਤੋਤਾ ਦਿੱਤਾ ਸੀ ਨਾ, ਤੇ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਤੇ ਗਣਕਾ ਵੀ ਤਰ ਗਈ ਸੰਸਾਰ ਸਾਗਰ ਤੋਂ। ਜਦੋਂ ਤਾਰਨ ਤੇ ਆਏ ਸਾਧੂ ਤੇ ਦਇਆ ਕਰ ਦਿੱਤੀ, ਰਹਿਮਤ ਕਰ ਦਿੱਤੀ। ਇਹ ਫਲ ਹੈ ਜੀ ਸਾਧੂਆਂ ਦੀ ਸੰਗਤ ਦਾ। ਜਿਹੜਾ ਸੰਗਤ ਕਰਦਾ ਪ੍ਰਭੂ ਦੇ ਪਿਆਰਿਆਂ ਦੀ, ਨਿਸ਼ਚੇ ਨਾਲ ਹੀ ਉਹ ਤਰ ਜਾਂਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਮੀਠਾ ਉਚਾਰਨ ਕਰਨਾ, ਮਿੱਠਾ ਨਹੀਂ ਕਹਿਣਾ। ਸਾਧੂਆਂ ਦੀ ਸੰਗਤ ਕਰਕੇ ਪ੍ਰਭੂ ਦਾ ਨਾਮ ਇਸ ਜੀਵ ਨੂੰ ਮਿੱਠਾ ਲੱਗਣ ਲੱਗ ਪੈਂਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ। ਇੱਥੇ ਹੁਣ ਪਾਠ ਆ ਗਿਆ ਜੀ ਸਾਧੂ। ਪਹਿਲਾ ਪਾਠ ਸਾਧੂ ਕੈ ਸੰਗ ਜਾਂ ਸਾਧ ਸੰਗ ਆ ਰਿਹਾ ਸੀ। ਸਾਧੂ ਕੈ ਸੰਗ ਘਟ ਘਟ ਡੀਠਾ। ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ, ਉਹਨਾਂ ਨੇ ਹਰੇਕ ਘਟ ਘਟ ਵਿੱਚ ਪਰਮੇਸ਼ਰ ਦੇ ਹੀ ਦੀਦਾਰ ਕੀਤੇ, ਪਰਮੇਸ਼ਰ ਦੇ ਹੀ ਦਰਸ਼ਨ ਕੀਤੇ। ਸਾਧ ਸੰਗ ਭਏ ਆਗਿਆਕਾਰੀ। ਜਿਹੜੇ ਸਾਧੂ ਦੀ ਸੰਗਤ ਵਿੱਚ ਜੁੜ ਗਏ, ਭਏ ਆਗਿਆਕਾਰੀ, ਉਹ ਫਿਰ ਆਗਿਆਕਾਰੀ ਬਣ ਗਏ ਗੁਰੂ ਸਾਹਿਬ ਜੀ ਦੇ। ਜੋ ਹੁਕਮ ਪਾਤਸ਼ਾਹ ਕਰਦੇ ਉਹਦੇ ਮੁਤਾਬਕ ਹੀ ਹੁਣ ਜੀਵਨ ਬਤੀਤ ਕਰਦੇ ਹਨ। ਸਾਧ ਸੰਗ ਗਤ ਭਈ ਹਮਾਰੀ। ਸਾਧ ਸੰਗ ਵਿਸ਼ਰਾਮ ਦੇ ਕੇ ਗਤ ਭਈ ਹਮਾਰੀ। ਸਾਧ ਸੰਗਤ ਕਰਨੇ ਕਰਕੇ ਸਾਡੀ ਗਤ ਹੋ ਗਈ, ਸਾਡੇ ਬੰਧਨ ਟੁੱਟ ਗਏ ਹਨ। ਸਾਧ ਕੈ ਸੰਗ ਮਿਟੇ ਸਭ ਰੋਗ। ਮਿਟੇ ਸਭ ਰੋਗ। ਇਸ ਤਰ੍ਹਾਂ ਉਚਾਰਨ ਕਰਨਾ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਪਾਤਸ਼ਾਹ ਕਹਿੰਦੇ ਸਾਡੇ ਸਾਰੇ ਮਨ ਦੇ ਤਨ ਦੇ ਰੋਗ ਮਿਟ ਗਏ ਹਨ। ਨਾਨਕ ਸਾਧ ਭੇਟੇ ਸੰਜੋਗ। ਇੱਥੇ ਪਾਠ ਕਰਨਾ ਜੀ ਸੰਜੋਗ। ਸੱਸੇ ਉੱਪਰ ਟਿੱਪੀ ਹੈ ਨਾ, ਇਸ ਕਰਕੇ ਸੰਜੋਗ ਇਸ ਤਰ੍ਹਾਂ ਉਚਾਰਨ ਕਰਨਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਦੋਂ ਸਾਧੂ ਦੀ ਪ੍ਰਾਪਤੀ ਹੁੰਦੀ ਹੈ ਨਾ, ਸਾਧ ਸੰਗਤ ਮਿਲਦੀ ਹੈ, ਸੰਜੋਗਾਂ ਨਾਲ ਹੀ ਮਿਲਦੀ ਹੈ। ਜਦੋਂ ਸਾਡੇ ਪਿਛਲੇ ਜਨਮ ਦੇ ਕੀਤੇ ਹੋਏ ਚੰਗੇ ਕਰਮ ਪ੍ਰਗਟ ਹੁੰਦੇ ਨੇ,
ਫਿਰ ਸਾਧੂ ਜਿਹੜੇ ਨੇ ਉਹਨਾਂ ਦੀ ਸੰਗਤ ਨਸੀਬ ਹੋ ਜਾਂਦੀ ਹੈ। ਸਾਧ ਕੀ ਮਹਿਮਾ ਵੇਦ ਨ ਜਾਣ ਹੈ। ਸਾਧ ਕੀ ਮਹਿਮਾ, ਇਥੇ ਵਿਸ਼ਰਾਮ ਲਾ ਕੇ ਵੇਦ ਨਾ ਜਾਣੈ ਹੈ। ਸਾਧੂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ। ਜੇਤਾ ਸੁਨ ਹੈ ਤੇਤਾ ਬਖਿਆਨ ਹੈ। ਜੇਤਾ ਸੁਨ ਹੈ, ਵਿਸ਼ਰਾਮ ਲਾ ਕੇ ਤੇਤਾ ਬਖਿਆਨ ਹੈ, ਐੜਾ ਜਿਹੜਾ ਵਿੱਚ ਰੱਖ ਕੇ ਨਾ ਬਖਿਆਨ ਹੈ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਮਹਾਰਾਜ ਜੀ ਕਹਿੰਦੇ ਜਿਤਨੇ ਕ ਵੇਦ ਨੇ, ਜਿੰਨੀ ਕ ਸਾਧੂ ਦੀ ਮਹਿਮਾ ਸੁਣਦੇ ਨੇ, ਬਸ ਉਨੀ ਕੀ ਬਿਆਨ ਕਰਦੇ ਹਨ। ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ। ਸਾਧ ਕੀ ਉਪਮਾ, ਵਿਸ਼ਰਾਮ ਦੇ ਕੇ ਤਿਹੋ ਉਚਾਰਨ ਕਰਨਾ, ਤਿਹੋ ਗੁਣ ਤੇ ਦੂਰ। ਸਾਧੂ ਦੀ ਜਿਹੜੀ ਉਪਮਾ ਹੈ, ਜਿਹੜੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਗੁਣਾਂ ਤੋਂ ਦੂਰ ਹੈ। ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਉਪਮਾ, ਵਿਸ਼ਰਾਮ ਦੇ ਕੇ ਰਹੀ ਭਰਪੂਰ। ਭਰਪੂਰ ਇਸ ਤਰ੍ਹਾਂ ਉਚਾਰਨ ਕਰਨਾ, ਭਰਪੂਰ ਨਹੀਂ ਕਹਿਣਾ। ਸਾਧੂ ਦੀ ਜਿਹੜੀ ਉਪਮਾ ਹੈ, ਹਰ ਪਾਸੇ ਭਰਪੂਰ ਹੈ। ਜਿੱਥੇ ਜਿੱਥੇ ਤਾਈਂ ਪਰਮੇਸ਼ਰ ਵਿਆਪਕ ਹੈ, ਤਿੱਥੇ ਤਿੱਥੇ ਤਾਈਂ ਸਾਧੂਆਂ ਦੀ ਮਹਿਮਾ ਪਸਰੀ ਹੋਈ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਵੀ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਕਿਉਂਕਿ ਸਾਧੂਆਂ ਦੀ ਸੋਭਾ ਵਾਹਿਗੁਰੂ 'ਚ ਸਮਾਈ ਹੋਈ ਹੈ ਨਾ, ਤੇ ਜਿੱਥੇ ਜਿੱਥੇ ਤਾਈਂ ਪਰਮੇਸ਼ਰ ਭਰਪੂਰ ਹੈ, ਉਥੇ ਉਥੇ ਤਾਈਂ ਫਿਰ ਪਰਮੇਸ਼ਰ ਦੇ ਪਿਆਰਿਆਂ ਦੀ ਵਡਿਆਈ ਭਰਪੂਰ ਹੈ, ਉਹਨਾਂ ਦੀ ਉਪਮਾ ਭਰਪੂਰ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ। ਸਾਧ ਕੀ ਸੋਭਾ ਕਾ ਨਾਹੀ ਅੰਤ, ਇਸ ਤਰ੍ਹਾਂ ਵਿਸ਼ਰਾਮ ਲਾ ਕੇ ਨੂੰ ਉਚਾਰਨ ਹੈ। ਸਾਧੂਆਂ ਦੀ ਜਿਹੜੀ ਸੋਭਾ ਹੈ, ਉਹਦਾ ਕਦੇ ਅੰਤ ਨਹੀਂ ਪੈਂਦਾ। ਸਾਧ ਕੀ ਸੋਭਾ ਸਦਾ ਬੇਅੰਤ। ਇੱਥੇ ਪਾਠ ਹੈ ਜੀ ਬੇਅੰਤ, ਲਾਂ ਦੇ ਨਾਲ। ਦੋ ਤਰ੍ਹਾਂ ਦੇ ਪਾਠ ਹੁੰਦੇ ਜੀ, ਬੇਅੰਤ ਬੱਬੇ ਨੂੰ ਸਿਹਾਰੀ ਕਿਤੇ ਆਉਂਦੀ, ਉੱਥੇ ਬੇਅੰਤ ਪਾਠ ਹੁੰਦਾ, ਜਿੱਥੇ ਲਾਂ ਨਾਲ ਆ ਜਾਏ ਬੇਅੰਤ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਸਾਧੂਆਂ ਦੀ ਜਿਹੜੀ ਸੋਭਾ ਹੈ, ਉਹ ਸਦਾ ਹੀ ਬੇਅੰਤ ਹੈ, ਭਾਵ ਅੰਤ ਤੋਂ ਰਹਿਤ ਹੈ। ਸਾਧ ਕੀ ਸੋਭਾ ਊਚ ਤੇ ਉੱਚੀ। ਇੱਥੇ ਊਚ ਤੇ ਉੱਚੀ, ਸਾਧੂਆਂ ਦੀ ਸੋਭਾ ਉੱਚਿਆਂ ਤੋਂ ਵੀ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ। ਫਿਰ ਇੱਥੇ ਮੂਚ ਪਾਠ ਉਚਾਰਨ ਕਰਨਾ, ਮੂਚ ਤੇ ਮੂਚੀ। ਸਾਧੂਆਂ ਦੀ ਸੋਭਾ ਵੱਡਿਆਂ ਤੋਂ ਕਹਿੰਦੇ ਵੱਡੀ ਹੈ। ਸਾਧ ਕੀ ਸੋਭਾ ਸਾਧ ਬਨ ਆਈ। ਸਾਧ ਕੀ ਸੋਭਾ ਸਾਧ ਬਨ ਆਈ। ਸਾਧੂਆਂ ਦੀ ਸੋਭਾ ਸਾਧੂਆਂ ਨੂੰ ਹੀ ਬਾਣੇ ਆਉਂਦੀ ਹੈ। ਆਪਾਂ ਕਿਸੇ ਦੂਜੇ ਨਾਲ ਸਾਧੂਆਂ ਦੀ ਉਪਮਾ ਦੀ ਤੁਲਨਾ ਨਹੀਂ ਕਰ ਸਕਦੇ, ਕਿਉਂਕਿ ਸਾਧੂ ਉਹਦੇ ਜਿਹਾ ਹੋਰ ਕੋਈ ਜਗਤ ਵਿੱਚ ਹੁੰਦਾ ਹੀ ਨਹੀਂ। ਪਰਮੇਸ਼ਰ ਦਾ ਪਿਆਰਾ ਜਿਹੜਾ ਹੁੰਦਾ, ਪਰਮੇਸ਼ਰ ਵਰਗਾ ਹੀ ਹੁੰਦਾ ਹੈ। ਆਪਾਂ ਇਹੀ ਉਦਾਹਰਣ ਦੇ ਸਕਨੇ ਆ। ਕਬੀਰ ਸਾਹਿਬ ਜੀ ਨੇ ਪਹਿਲਾਂ ਉਦਾਹਰਣ ਦਿੱਤੀ ਨਾ, ਕਹਿੰਦੇ ਨੇ ਵੀ ਪਰਮੇਸ਼ਰ ਦਾ ਜਿਹੜਾ ਪਿਆਰਾ ਹੁੰਦਾ ਹੈ, ਉਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਧਰਤੀ 'ਚ ਰੋੜਾ ਹੋਵੇ। ਫਿਰ ਕਹਿੰਦੇ ਨੇ ਵੀ ਨਹੀਂ, ਪ੍ਰਭੂ ਦਾ ਪਿਆਰਾ ਰੋੜੇ ਵਰਗਾ ਨਹੀਂ ਹੋਣਾ ਚਾਹੀਦਾ। ਪੰਥੀ ਕੋ ਦੁੱਖ ਦੇਹ, ਉਹ ਤਾਂ ਪੰਥੀ ਨੂੰ, ਰਾਹੀ ਨੂੰ ਦੁੱਖ ਦਿੰਦਾ ਜਿਹੜਾ ਰੋੜਾ ਹੁੰਦਾ ਹੈ। ਹਰੀ ਜਨ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਧਰਤੀ ਵਿੱਚ ਮਿੱਟੀ ਹੁੰਦੀ ਹੈ। ਫਿਰ ਕਹਿੰਦੇ ਵੀ ਜੇ ਮਿੱਟੀ ਵਰਗਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਹੁਣ ਜਿਹੜੀ ਮਿੱਟੀ ਆ, ਉਹ ਤਾਂ ਉੱਡ ਕੇ ਸਰੀਰ ਦੇ ਅੰਗਾਂ ਨੂੰ ਲੱਗ ਕੇ ਮਲੀਨ ਕਰ ਦਿੰਦੀ ਹੈ। ਸਾਧੂ ਮਿੱਟੀ ਜਿਹਾ ਨਹੀਂ ਹੋਣਾ ਚਾਹੀਦਾ, ਪਾਣੀ ਜਿਹਾ ਹੋਣਾ ਚਾਹੀਦਾ, ਆਪੇ ਹੀ ਕਹਿੰਦੇ। ਫਿਰ ਕਹਿੰਦੇ ਵੀ ਸਾਧੂ ਪਾਣੀ ਵਰਗਾ ਵੀ ਨਹੀਂ ਹੋਣਾ ਚਾਹੀਦਾ। ਜੋ ਸੀਰਾ ਤਾਤਾ ਹੋਏ, ਉਹ ਕਦੀ ਗਰਮ ਹੋ ਜਾਂਦਾ, ਕਦੀ ਠੰਡਾ ਹੋ ਜਾਂਦਾ, ਉਹਦਾ ਰੂਪ ਬਦਲਦਾ ਰਹਿੰਦਾ ਨਾ। ਕਹਿੰਦੇ ਪਾਣੀ ਵਰਗਾ ਵੀ ਨਹੀਂ ਚਾਹੀਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਜਨ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਪ੍ਰਭੂ ਦੇ ਪਿਆਰੇ ਪ੍ਰਭੂ ਵਰਗੇ ਹੁੰਦੇ ਨੇ, ਇਸ ਕਰਕੇ ਉਹਨਾਂ ਦੀ ਸੋਭਾ ਉਹਨਾਂ ਨੂੰ ਹੀ ਬਾਣੇ ਆਉਂਦੀ ਹੈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਇਸ ਪੰਕਤੀ ਦੇ ਵਿੱਚ
ਕਰੀਬਨ ਸਾਰੀ ਅਸ਼ਟਪਦੀ ਦੇ ਅਰਥ ਖੋਲ੍ਹਤੇ ਮਹਾਰਾਜ ਨੇ ਅਖੀਰਲੀ ਪੰਕਤੀ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ ਸਾਧੂ ਤੇ ਪ੍ਰਭੂ ਵਿੱਚ ਫਰਕ ਕੋਈ ਨਹੀਂ, ਦੋਨੇ ਇੱਕੋ ਹੀ ਰੂਪ ਨੇ। ਜਿਵੇਂ ਕਲਗੀਧਰ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਦੇ ਨਾ, ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਪਾਤਸ਼ਾਹ ਕਹਿੰਦੇ ਕਦੇ ਪਾਣੀ ਦੀਆਂ ਤਰੰਗਾਂ ਵੇਖੋ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹੇਂਗੇ। ਪਾਣੀ ਦੇ ਜਿਹੜੇ ਤਰੰਗ ਹੁੰਦੇ ਨੇ ਨਾ, ਉਹ ਪਾਣੀ ਹੀ ਕਹਾਉਂਦੇ ਨੇ, ਪਾਣੀ ਨਾਲੋਂ ਵੱਖਰੇ ਨਹੀਂ ਹੁੰਦੇ। ਪਾਣੀ ਦੀਆਂ ਲਹਿਰਾਂ ਕਦੇ ਪਾਣੀ ਨਾਲੋਂ ਵੱਖਰੀਆਂ ਨਹੀਂ ਹੁੰਦੀਆਂ, ਪਾਣੀ ਦਾ ਹੀ ਰੂਪ ਹੁੰਦਾ। ਉਹ ਤਾਂ ਸਾਡਾ ਹੀ ਭਰਮ ਹੁੰਦਾ ਵੀ ਇਹ ਪਾਣੀ ਨਾਲੋਂ ਵੱਖਰੀਆਂ ਨੇ, ਸਾਡਾ ਹੀ ਭਰਮ ਹੈ ਨਾ ਵੀ ਇਹ ਤਰੰਗਾਂ ਨੇ, ਪਾਣੀ ਹੈ, ਪਰ ਹੈ ਤਾਂ ਉਹ ਪਾਣੀ ਨਾ। ਤੇ ਕਲਗੀਧਰ ਜੀ ਕਹਿੰਦੇ ਇਸੇ ਤਰ੍ਹਾਂ ਹਰੀ ਤੇ ਹਰੀ ਦਾ ਜਿਹੜਾ ਜਨ ਦੋਨੇ ਇੱਕੋ ਹੀ ਰੂਪ ਹੁੰਦੇ ਨੇ, ਉਹਨਾਂ ਦੇ ਵਿੱਚ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ। ਦੋ ਮੂਰਤਾਂ ਨੇ ਪਰ ਅੰਦਰੋਂ ਜੋਤ ਇੱਕ ਹੈ। ਧਨ ਫਿਰ ਇਹ ਨਾ ਆਖੀਆਂ ਜੇ ਬਹਿਨ ਇਕੱਠੇ ਹੋਏ, ਏਕ ਜੋਤ ਪਏ ਮੂਰਤੀ ਧਨ ਫਿਰ ਕਹੀਐ ਸੋਏ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਪ੍ਰਭੂ ਦੇ ਪਿਆਰੇ ਨੇ, ਮੂਰਤਾਂ ਸਰੂਪ ਭਾਵੇਂ ਦੋ ਹੀ ਨੇ, ਵੀ ਆਹ ਪਰਮੇਸ਼ਰ ਤੇ ਆਹ ਸਾਧੂ ਹੈ, ਪਰ ਜੋਤ ਅੰਦਰੋਂ ਇਹਨਾਂ ਦੀ ਇੱਕੋ ਹੀ ਹੈ, ਅੰਦਰੋਂ ਇੱਕੋ ਹੀ ਨੇ ਪਰਮੇਸ਼ਰ ਅਕਾਲ ਪੁਰਖ ਦਾ ਰੂਪ। ਇਸ ਕਰਕੇ ਸਾਧੂਆਂ ਦੀ ਨਿੰਦਿਆ ਆਪਾਂ ਸੁਣਨੀ ਨਹੀਂ, ਜਿਹੜਾ ਕਰੇ ਤੇ ਉਹਨੂੰ ਰੋਕ ਦਿਆ ਕਰੋ, ਸੰਤਾਂ ਦੀ ਨਿੰਦਿਆ ਨਹੀਂ ਕਰਨੀ। ਮੈਂ ਇਸ ਗੱਲ ਨੂੰ ਮੰਨਦਾ ਵਾਂ, ਜਗਤ ਦੇ ਅੰਦਰ ਸਾਧੂਆਂ ਦੇ ਨਾਂ ਹੇਠਾਂ ਬੜੇ ਪਖੰਡੀ ਪੈਦਾ ਹੋ ਗਏ ਨੇ, ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇੱਕੋ ਰੱਸੇ ਨਾਲ ਸਾਰਿਆਂ ਨੂੰ ਬੰਨ੍ਹ ਲੈਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਮਗਰ ਬਾਣੀ ਸਾਧੂਆਂ ਦੀ ਮਹਿਮਾ ਕਰਦੀ ਹੈ, ਤੇ ਕਿਸੇ ਵੀ ਇਨਸਾਨ ਨੂੰ ਹੱਕ ਨਹੀਂ ਕਿ ਕੋਈ ਸਾਧੂ ਨਾਮ ਜਪਣ ਵਾਲੇ ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕਰੇ। ਤੇ ਜਿਹੜੇ ਫਿਰ ਪ੍ਰਭੂ ਦੇ ਨਿੰਦਕ ਨੇ, ਉਹ ਪ੍ਰਭੂ ਦੇ ਨਿੰਦਕ, ਸਾਧੂਆਂ ਦੇ ਨਿੰਦਕ, ਤੇ ਸਾਧੂ ਦਾ ਨਿੰਦਕ ਰੱਬ ਦਾ ਨਿੰਦਕ ਹੋਇਆ ਕਰਦਾ ਆ। ਤੇ ਫਿਰ ਇਹੋ ਜਿਹੇ ਨਿੰਦਕਾਂ ਨੂੰ ਇੱਥੇ ਵੀ ਚੋਟਾਂ ਪੈਂਦੀਆਂ, ਦਰਗਾਹ ਵਿੱਚ ਵੀ ਜਾ ਕੇ ਚੋਟਾਂ ਪੈਂਦੀਆਂ ਨੇ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਿੰਦਾ ਕਰਨ ਵਾਲਾ ਜਿਹੜਾ ਮਨੁੱਖ ਹੈ ਉਹਦਾ ਇੱਥੇ ਵੀ ਮੂੰਹ ਕਾਲਾ, ਤੇ ਦਰਗਾਹ ਦੇ ਵਿੱਚ ਵੀ ਉਹਦਾ ਮੂੰਹ ਕਾਲਾ ਹੋਇਆ ਕਰਦਾ ਹੈ। ਨਿੰਦਕ ਕਾ ਮੂੰਹ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਨਿੰਦਕਾਂ ਦਾ ਮੂੰਹ ਕਾਲਾ ਹੁੰਦਾ ਲੋਕ ਤੇ ਪਰਲੋਕ ਦੇ ਅੰਦਰ। ਇਸ ਕਰਕੇ ਜਿਹੜੇ ਸਾਧੂਆਂ ਦੀ ਨਿੰਦਿਆ ਕਰਦੇ ਨੇ ਉਹ ਅਕਿਰਤ ਘਣ ਨੇ। ਪਹਿਲਾਂ ਸਾਧੂਆਂ ਦੀ ਸੰਗਤ ਕਰ ਕਰਕੇ ਹੁਣ ਭਾਈ ਬਣ ਗਏ, ਤੇ ਫਿਰ ਉਹਨਾਂ ਸਾਧੂਆਂ ਦੀ ਮੁੜ ਕੇ ਨਿੰਦਿਆ ਵੀ ਕਰੀ ਜਾਂਦੇ ਨੇ, ਉਹਨਾਂ ਸਾਧੂਆਂ ਨੂੰ ਸਾਰਾ ਦਿਨ ਬਹਿ ਕੇ ਭੰਡੀ ਵੀ ਜਾਂਦੇ ਨੇ। ਇਸ ਕਰਕੇ ਇਹੋ ਜਿਹੇ ਅਖੌਤੀ ਲੋਕਾਂ ਤੋਂ ਬਚ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਪਹਿਰੇ ਹੇਠਾਂ ਅਸੀਂ ਜੀਵਣਾ ਹੈ। ਇਨਸਾਨ ਵੱਡਾ ਨਹੀਂ, ਸਾਡਾ ਗੁਰੂ ਵੱਡਾ ਹੈ। ਸਤਿਗੁਰੂ ਕਿਰਪਾ ਕਰਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਆ ਵਸੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅੱਜ 7ਵੇਂ ਦੀਵਾਨ ਦੀ ਸੰਪੂਰਨਤਾ ਹੋਈ ਹੈ। ਕੱਲ ਵੀ ਆਪ ਜੀ ਨੇ 4 ਵਜੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਦੀ ਪ੍ਰਾਪਤੀ ਕਰਨੀ। ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਹੈ ਜੀ। ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ। ਤੇ ਹੁਕਮਨਾਮਾ ਸਾਹਿਬ ਤੋਂ ਬਾਅਦ ਗਿਆਨੀ ਜੀ ਆਪ ਜੀ ਨੂੰ ਮੁਹਾਰਨੀ ਪੜਾਉਣਗੇ, ਤੇ ਰੋਜ਼ ਜਿਵੇਂ ਮੁਹਾਰਨੀ ਸਰਵਣ ਕਰਦੇ ਹੋ ਤੇ ਮੁਹਾਰਨੀ ਦੇ ਅੱਖਰ ਅੱਜ ਜ਼ਰੂਰ ਆਪ ਜੀ ਨੇ ਸਰਵਣ ਕਰਨੇ ਹਨ ਜੀ। ਹਾਂਜੀ ਬਾਬਾ ਜੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।